प्यारे विद्यार्थियों, वैबट्रॉनिक्स टैक ट्यूटोरियल्स ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਸ਼ਿਵੇਸ਼ ਨਾਰੰਗ, ਕੰਪਿਊਟਰ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਟੀ ਵਾਲਾ ਅਤੇ ਸਰਕਾਰੀ ਹਾਈ ਸਕੂਲ ਤਰਮਾਲਾ ਸ਼੍ਰੀ ਮੁਕਤਸਰ ਸਾਹਿਬ ਤੋਂ। ਵਿਦਿਆਰਥੀਓ, ਅੱਜ ਆਪਾਂ ਜਮਾਤ 10ਵੀਂ ਦਾ ਪਾਠ ਦੂਜਾ HTML ਫੰਡਾਮੈਂਟਲਸ ਪੜ੍ਹਾਂਗੇ ਅਤੇ ਉਸ ਦੇ ਆਪਾਂ ਪ੍ਰਯੋਗ ਕਰਾਂਗੇ। ਅਤੇ ਇਸ ਵੀਡੀਓ ਰਾਹੀਂ ਤੁਸੀਂ HTML ਬਾਰੇ, ਪਾਠ 2 ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ। ਤਾਂ ਸਭ ਤੋਂ ਪਹਿਲਾਂ ਚੱਲਦੇ ਹਾਂ ਕਿ HTML ਹੈ ਕੀ। ਤਾਂ ਵਿਦਿਆਰਥੀਓ, ਜੋ HTML ਹੈ ਉਸ ਦਾ ਪੂਰਾ ਨਾਂ ਯਾਦ ਕਰ ਲਓ। ਸਭ ਤੋਂ ਪਹਿਲਾਂ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੁੰਦਾ ਹੈ। ਦੋ ਤਰ੍ਹਾਂ ਦੇ ਟੈਕਸਟ ਹੁੰਦੇ ਆ, ਮਲਟੀਮੀਡੀਆ 'ਚ ਆਪਾਂ ਪੜ੍ਹਿਆ ਸੀ, ਸਧਾਰਨ ਅਤੇ ਹਾਈਪਰ। HTML ਦੀ ਵਰਤੋਂ ਵੈੱਬ ਪੇਜ ਤਿਆਰ ਕਰਨ ਲਈ ਜਾਂ ਵੈੱਬ ਪੇਜ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ ਅਤੇ ਕਈ ਵੈੱਬ ਪੇਜਾਂ ਤੋਂ ਰਲ ਕੇ ਵੈੱਬਸਾਈਟ ਬਣ ਜਾਂਦੀ ਹੈ। ਜਿਵੇਂ ਕਿ ਆਪਣੇ ਫੇਸਬੁੱਕ ਹੈ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਹੈ, ਉਹਦੇ 'ਚ ਅੱਡ ਅੱਡ ਵੈੱਬ ਪੇਜ ਹੁੰਦੇ। HTML ਇੱਕ ਬਹੁਤ ਹੀ ਸੌਖੀ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਕਿ ਸੰਨ 1990 ਦੇ ਅੰਦਰ ਸਰ ਟਿਮ ਬਰਨਰਸ-ਲੀ ਦੁਆਰਾ ਬਣਾਈ ਗਈ ਸੀ ਜਾਂ ਖੋਜ ਕੀਤੀ ਗਈ ਸੀਗੀ। HTML ਨੂੰ ਤੱਤਾਂ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਜੋ ਕਿ ਟੈਗਾਂ ਵਿੱਚ ਪਰਿਭਾਸ਼ਿਤ ਹੁੰਦੇ ਹਨ। ਟੈਗ ਨੂੰ ਆਪਾਂ ਐਂਗਲ ਬ੍ਰੈਕਟਾਂ ਦੀ ਮਦਦ ਨਾਲ ਲਿਖਦੇ ਹਾਂ, ਜਿਹੜਾ ਕਿ ਲੈਫਟ ਅਤੇ ਰਾਈਟ ਐਂਗਲ ਬ੍ਰੈਕਟ ਹੈ, ਲੈਸ ਦੈਨ ਅਤੇ ਗ੍ਰੇਟਰ ਦੈਨ ਵਾਲੇ ਬ੍ਰੈਕਟਾਂ ਵਿੱਚ। ਤਾਂ HTML ਦੇ ਅੰਦਰ HTML ਦਾ ਜੋ ਡਾਕੂਮੈਂਟ ਹੈ ਉਹ HTML ਟੈਗ ਨਾਲ ਹੀ ਸ਼ੁਰੂ ਹੁੰਦਾ ਹੈ ਅਤੇ HTML ਟੈਗ ਨਾਲ ਹੀ ਬੰਦ ਹੁੰਦਾ ਹੈ। HTML ਡਾਕੂਮੈਂਟ ਜਾਂ ਪ੍ਰੋਗਰਾਮ ਬਣਾਉਣ ਲਈ ਤੁਸੀਂ ਕਿਸੇ ਵੀ ਸਧਾਰਨ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ, ਜਿਵੇਂ ਕਿ ਨੋਟਪੈਡ ਹੋਇਆ ਜਾਂ ਵਰਡਪੈਡ ਹੋਈ। ਜੇ ਤੁਸੀਂ ਮੈਕ ਜਾਂ ਲਿਨਕਸ ਯੂਜ਼ ਕਰ ਰਹੇ ਹੋ ਤਾਂ ਓਪਨ ਟੈਕਸਟ ਐਡਿਟ ਤੁਸੀਂ ਯੂਜ਼ ਕਰ ਸਕਦੇ ਹੋ। HTML ਦਾ ਜੋ ਪ੍ਰੋਗਰਾਮ ਹੈ, ਜੋ ਭਾਗ ਅਸੀਂ ਵੈਬ ਬਰਾਊਜ਼ਰ ਦੇਖਦੇ ਹਾਂ, ਉਸ ਨੂੰ ਬੋਡੀ ਟੈਗ ਦੇ ਅੰਦਰ ਆਪਾਂ ਲਿਖਦੇ ਹਾਂ। HTML ਦੇ ਵਿਦਿਆਰਥੀਓ ਵੱਖ-ਵੱਖ ਵਰਜ਼ਨ ਹਨ, ਜਿਵੇਂ 1.0, 2.0, 3.2, 4.01 ਅਤੇ HTML5। ਆਪਾਂ 4.01 ਬਾਰੇ ਹੀ ਪੜ੍ਹਾਂਗੇ ਅਤੇ ਉਸੇ ਦਾ ਪ੍ਰਯੋਗ ਕਰਾਂਗੇ। ਤਾਂ ਹੁਣ HTML ਦੇ ਬੇਸਿਕ ਢਾਂਚੇ ਦੀ ਗੱਲ ਕਰਦੇ ਹਾਂ। HTML ਦਾ ਪ੍ਰੋਗਰਾਮ ਮੁੱਖ ਤੌਰ 'ਤੇ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਪ੍ਰੋਗਰਾਮ HTML ਟੈਗ ਤੋਂ ਸ਼ੁਰੂ ਹੋ ਰਿਹਾ, HTML ਟੈਗ 'ਤੇ ਬੰਦ ਹੋ ਰਿਹਾ। ਜਿਹੜਾ ਇਹਦਾ ਪਹਿਲਾ ਭਾਗ ਹੈ ਉਹ ਹੈੱਡ ਟੈਗ ਹੁੰਦਾ ਹੈ, ਜਿਵੇਂ ਕਿ ਤਸਵੀਰ 'ਚ ਦਿਖਾਈ ਦੇ ਰਿਹਾ ਲਾਲ ਰੰਗ 'ਚ। ਹੈੱਡ ਟੈਗ ਦੇ ਅੰਦਰ HTML ਡਾਕੂਮੈਂਟ ਦਾ ਟਾਈਟਲ ਹੁੰਦਾ ਹੈ, ਉਸ ਦਾ HTML ਦਾ ਵਰਜ਼ਨ ਲਿਖ ਸਕਦੇ ਹੋ ਅਤੇ ਮੇਟਾ ਡਾਟਾ ਆਦਿ ਤੁਸੀਂ ਹੈੱਡ ਟੈਗ 'ਚ ਪਰਿਭਾਸ਼ਿਤ ਕਰ ਸਕਦੇ ਹੋ। ਦੂਜਾ ਭਾਗ ਚਿੱਤਰ 'ਚ ਦਿਖਾਏ ਅਨੁਸਾਰ ਬੋਡੀ ਟੈਗ, ਜੋ ਕਿ ਨੀਲੇ ਰੰਗ 'ਚ ਆ ਰਿਹਾ, ਇਸ ਟੈਗ ਵਿੱਚ ਉਹ ਸੂਚਨਾ ਹੁੰਦੀ ਹੈ ਜੋ ਕਿ ਵੈਬ ਬਰਾਊਜ਼ਰ ਦੁਆਰਾ ਵੈਬ ਪੇਜ ਉੱਪਰ ਦਰਸਾਈ ਜਾਂਦੀ ਹੈ। HTML ਪ੍ਰੋਗਰਾਮ ਦੀ ਬਣਤਰ ਕਿਸ ਤਰ੍ਹਾਂ ਦੀ ਹੁੰਦੀ ਹੈ, ਇਹ ਹੁਣ ਆਪਾਂ ਦੇਖਦੇ ਹਾਂ। ਦੇਖੋ, ਸਭ ਤੋਂ ਪਹਿਲਾਂ HTML ਟੈਗ ਸ਼ੁਰੂ ਕੀਤਾ, ਉਸ ਤੋਂ ਬਾਅਦ ਹੈੱਡ ਟੈਗ। ਹੈੱਡ ਦੇ ਅੰਦਰ ਟਾਈਟਲ ਪਾਉਣਾ, ਫਿਰ ਹੈੱਡ ਟੈਗ ਕਲੋਜ਼ ਕਰਨਾ। ਹੈੱਡ ਟੈਗ ਕਲੋਜ਼ ਕਰਨ ਤੋਂ ਬਾਅਦ ਤੁਸੀਂ ਬੋਡੀ ਟੈਗ ਸ਼ੁਰੂ ਕਰੋਗੇ। ਬੋਡੀ ਟੈਗ ਦੇ ਅੰਦਰ ਤੁਸੀਂ ਆਪਦਾ ਕੰਟੈਂਟ ਲਿਖੋਗੇ, ਬੋਡੀ ਟੈਗ ਕਲੋਜ਼ ਕਰੋਗੇ ਅਤੇ ਸਾਰਿਆਂ ਤੋਂ ਅੰਤ ਵਿੱਚ HTML ਦਾ ਟੈਗ ਜੋ ਹੈ ਉਹ ਤੁਸੀਂ ਕਲੋਜ਼ ਕਰੋਗੇ। ਇਹ HTML ਪ੍ਰੋਗਰਾਮ ਦੀ ਬਣਤਰ ਹੈ। HTML 'ਚ ਦੋ ਤਰ੍ਹਾਂ ਦੇ ਟੈਗਸ ਹੁੰਦੇ ਹਨ। ਇੱਕ ਹੁੰਦਾ ਹੈ ਪੇਅਰ ਟੈਗ ਜਾਂ ਕੰਪੇਨੀਅਨ ਟੈਗ ਜਾਂ ਕੰਟੇਨਰ ਟੈਗ, ਜੋ ਕਿ ਸ਼ੁਰੂ ਵੀ ਹੁੰਦਾ ਹੈ ਅਤੇ ਕਲੋਜ਼ ਵੀ ਹੁੰਦਾ ਬੈਕਸਲੈਸ਼ ਨਾਲ। ਦੂਸਰਾ ਹੁੰਦਾ ਹੈ ਐਮਪਟੀ ਟੈਗ, ਜੋ ਕਿ ਜਿਹਦੇ 'ਚ ਕਲੋਜ਼ ਕਰਨ ਦੀ ਲੋੜ ਨਹੀਂ ਹੁੰਦੀ। ਉਦਾਹਰਨ ਲਈ HR ਅਤੇ BR। ਇਹ ਸਾਰੇ ਟੈਗ ਅਸੀਂ ਪ੍ਰਯੋਗ ਰਾਹੀਂ ਸਾਰੇ ਟੈਗ ਪੜ੍ਹਾਂਗੇ ਅੱਜ। ਤਾਂ HTML ਪ੍ਰੋਗਰਾਮ ਨੂੰ ਬਣਾਉਣਾ ਕਿਵੇਂ ਹੈ, ਉਸ ਨੂੰ ਸੇਵ ਕਿਵੇਂ ਕਰਨਾ ਹੈ, ਉਸ ਦੀ ਆਊਟਪੁੱਟ ਕਿਵੇਂ ਦੇਖਣੀ ਹੈ, ਉਸ ਨੂੰ ਚਲਾਉਣਾ ਕਿਵੇਂ ਹੈ, ਉਹਦੇ ਲਈ ਸਭ ਤੋਂ ਪਹਿਲਾ ਸਟੈਪ ਹੈ ਆਪਣਾ HTML ਡਾਕੂਮੈਂਟ ਨੂੰ ਬਣਾਉਣ ਲਈ ਨੋਟਪੈਡ ਖੋਲ੍ਹਣੀ ਪਏਗੀ ਆਪਾਂ ਨੂੰ। ਨੋਟਪੈਡ ਕਾਫੀ ਬੱਚਿਆਂ ਨੂੰ ਪਤਾ ਹੈ ਨੋਟਪੈਡ ਕਿਵੇਂ ਚਲਾਈ ਦੀ ਹੈ। ਸਟਾਰਟ 'ਚ ਜਾਣਾ ਹੈ, ਆਲ ਪ੍ਰੋਗਰਾਮ 'ਚ ਜਾਣਾ ਹੈ, ਅਸੈਸਰੀ 'ਚ ਜਾਣਾ ਹੈ ਅਤੇ ਨੋਟਪੈਡ ਉੱਤੇ ਕਲਿੱਕ ਕਰਨਾ ਹੈ। ਦੂਜਾ ਤਰੀਕਾ, ਸਟਾਰਟ 'ਚ ਜਾਓ, ਰਨ ਕਮਾਂਡ 'ਤੇ ਕਲਿੱਕ ਕਰੋ, ਇੱਕ ਬਾਕਸ ਖੁੱਲ੍ਹੇਗਾ, ਬਾਕਸ ਦੇ ਅੰਦਰ NOTEPAD ਨੋਟਪੈਡ ਟਾਈਪ ਕਰੋ, ਓਕੇ 'ਤੇ ਕਲਿੱਕ ਕਰੋ, ਨੋਟਪੈਡ ਖੁੱਲ੍ਹ ਜਾਏਗੀ। ਨੋਟਪੈਡ ਖੁੱਲ੍ਹਣ ਤੋਂ ਬਾਅਦ ਹੁਣ ਆਪਾਂ ਇੱਕ HTML ਪ੍ਰੋਗਰਾਮ ਬਣਾਉਣਾ ਹੈ ਅਤੇ ਉਸ ਨੂੰ .htm ਜਾਂ .html ਨਾਲ ਸੇਵ ਕਰਕੇ ਬਰਾਊਜ਼ਰ ਵਿੱਚ ਉਸ ਦੀ ਆਊਟਪੁੱਟ ਵੀ ਦੇਖਣੀ ਹੈ। ਤਾਂ ਆਓ ਦੇਖੀਏ HTML ਦਾ ਪ੍ਰੋਗਰਾਮ ਕਿਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ। ਤਾਂ ਸਾਰਿਆਂ ਤੋਂ ਪਹਿਲਾਂ ਨੋਟਪੈਡ ਚਲਾਵਾਂਗੇ ਆਪਾਂ। ਮੈਂ ਰਨ ਕਮਾਂਡ ਦੀ ਵਰਤੋਂ ਕੀਤੀ ਹੈ, ਉਹਦੇ ਅੰਦਰ ਨੋਟਪੈਡ ਲਿਖਿਆ ਹੈ ਅਤੇ ਨੋਟਪੈਡ ਚਲਾ ਲਈਏ। ਤਾਂ ਸਭ ਤੋਂ ਪਹਿਲਾਂ HTML ਟੈਗ ਤੁਸੀਂ ਸ਼ੁਰੂ ਕਰ ਲਿਆ, ਇਸ ਤਰ੍ਹਾਂ HTML ਟੈਗ ਬੰਦ ਕਰਤਾ। ਇਹ ਕੇਸ ਸੈਂਸਿਟਿਵ ਨਹੀਂ ਹੁੰਦੀ, ਭਾਵ ਤੁਸੀਂ
कैप्स लॉक ऑन रखो, वड्डे अखरां 'ਚ टैग लिख लो, छोटियां 'ਚ लिख लो, ਇਹਦਾ कोई फर्क नहीं पैंदा, लेकिन स्पेस का जरूर ध्यान रखना है। HTML ਦੇ अंदर हैड टैग लगाता, हुण हैड टैग ਦੇ अंदर अपना टाइटल टैग होएगा, टाइटल ਦੇ अंदर अपने पेज का टाइटल होगा। जिवें आपां एक सिंपल माई पेज मैं टाइटल रख लिया ਇਹਦਾ। हैड जिथे हैड टैग खत्म हो जाना उत्थे तुसीं बॉडी टैग शुरू करना। बॉडी टैग के अंदर वो कंटेंट होगा जो वैब ब्राउज़र उत्ते प्रदर्शित होगा। सपोज करो बॉडी टैग्स लिख देंगे माई फर्स्ट वैब पेज। इसनों आपां सेव नहीं करना, इनू आपां सेव एज करांगे। सेव एज किवें करना है, फाइल च जाना, सेव एज ते क्लिक करना है। शॉर्टकट है कंट्रोल शिफ्ट एस। हुण फाइल मेनू जाण लई की शॉर्टकट है, तुसीं कीबोर्ड का एल्ट बटन प्रैस करना है तो फाइल च चले जाना है। ठीक है, तो इनू आपां सेव एज कर रहे हैं, पहली बारी सेव एज कर रहे हैं। उस तो बाद जो ये आप कोई चेंज करांगे उदों कल्ला आपां इनू सेव करिया करांगे। हुण देखो इत्थे फाइल नेम आ रहा है star.txt लिखा आ रहा है, इनू तुसीं हटा देना है। इत्थे आपां लिखता माई पेज ही लिख दें, माई पेज। तुसीं ज़्यादा कोई इनू स्पेस स्पूस कुछ नहीं देना प्रोग्राम के नाम च, सिंपल रखो इनू जिन्ना हो सकता है। तो .html के नाम नाल इनू मैं सेव कर रहा। लोकेशन तुसीं कोई भी चूज़ कर सकते हो, डेस्कटॉप डॉक्यूमेंट डाउनलोड, तो मैं इनू डेस्कटॉप पर सेव कर रहा। हुण आपां डेस्कटॉप पर आ रहे हैं। डेस्कटॉप पर देखो आपां सेव कराया सी माई पेज के नाम नाल। आ देखो आ माई पेज क्रोम का लोगो आ रहा इत्थे, ये हुण वैब ब्राउज़र च खुलेगा। तो जिवें कि तुसीं देख सकते हो इत्थे आपां बॉडी टैग च लिखिया सी माई फर्स्ट वैब पेज, तो इत्थे उही लिखिया आ रहा। ठीक है, तो जो तुसीं बॉडी टैग च लिखोगे उही तुहाडा इत्थे शो हो जाना। तो उम्मीद है तुसीं समझ गए होंगे कि HTML का प्रोग्राम आपां बनाउणा किवें है ते उसनूं आपां दिखना किवें है। हुण गल है भी मैं ऐसे प्रोग्राम नूं एडिट करना चाह रहा, जेकर तुहाडे कोल विंडो का लोअर वर्जन है तो तुसीं इंटरनेट एक्सप्लोरर च जे काम कर रहे हो तो व्यू च जाके सोर्स देखोगे तो यही ऐसे प्रोग्राम की नोटपैड खुल जाएगी। अदरवाइज तुसीं की कर सकते हो, सपोज करो मैं आ भी बंद करता, आ भी बंद करता। हुण मैं ऐसे प्रोग्राम नूं एडिट करना है तो राइट क्लिक करना है तुसीं, ओपन विद चूज ऐप या नोटपैड एक बार दोबारा चलावांगे। नोटपैड के अंदर इसनूं इस तरह ड्रैग एंड ड्रॉप करांगे तो वही पेज अपना खुल गया। हुण जिवें कि मैं दस रहा सी कि HTML दो तरह के टैग है। कंटेनर टैग तो आपां देख ही ले, HTML भी कंटेनर टैग है, हैड भी है, टाइटल भी है, बॉडी भी है। तो एम्प्टी टैग किहड़ा हुंदा है? एम्प्टी टैग हुंदा है जिवें BR टैग। BR टैग नूं तुसीं सीधा भी लिख सकते हो जां इस तरह भी लिख सकते हो। BR का मतलब हुंदा ब्रेक रो। हुण ये 2 बारी BR लिखिया तो 2 बारी रो ब्रेक होएगी, यानी कि 2 बारी एंटर बज जाएगा। इत्थे मैं लिख दिंदा क्लास 10th। दूजा एम्प्टी टैग सीगा अपना HR टैग। दो ही तरह के टैग है, एम्प्टी BR ते HR, एक IMG टैग हुंदा है। हुण आपां इनू सेव एज नहीं करांगे, उही प्रोग्राम एडिट कर रहे हैं तो इनू आपां फाइल च जाके सेव कर दिता है। सेव करन तो बाद तुसीं दोबारा आपदी ब्राउज़र च आउटपुट देखनी है। आ देखो माई फर्स्ट वैब पेज, उस तो बाद मैं BR टैग लाया सी दो बारी, दो एंटर, दो लाइनां छड्ड के नीचे क्लास 10 लिखा गया। फिर आप HR टैग लाया सी, वो HR टैग भी इत्थे शो हो रहा। हुण गल करदे आपां वैब ब्राउज़र्स की। वैब ब्राउज़र की हुंदा बेटा? वैब ब्राउज़र जिथे असीं वैब सर्फिंग करते हैं, जिथे इंटरनेट चलाउने आपां, उसनूं आपां वैब ब्राउज़र कहने। वैब ब्राउज़र एक सॉफ्टवेयर है जिसकी वरतों वैब पेज नूं वेखण जां ब्राउज़ करन या वैबसाइटां वेखण लई कीता जांदा है। हुण जिवें कि अपनी महकमे की साइट है SSApunjab.org, ये आपां साइट खोल ली है। हुण देखो इहदे च तुसीं, इहदे च बहुत सारे पेज है, जिवें SSA का अड्ड पेज है, पिक्टस का अड्ड है, होम का अड्ड है, कॉन्टैक्ट का अड्ड है। तो इहदे च सैकड़ों पेज है, तो इन्हों ने सैकड़े पेज एक थां ते इकट्ठे करके एक दूजे नाल लिंक करके रखे है, तां करके ये वैब पेजां का समूह बन गया तो ये एक वैबसाइट बन गई। तो वैब ब्राउज़र की गल कर रहे सी आपां। तो वैब ब्राउज़र कई तरह के अपने कोल, जिवें एक हुंदा अपना इंटरनेट एक्सप्लोरर, जो कि माइक्रोसॉफ्ट विंडोज़ के नाल फ्री आउंदा है। इस तरह का उसका लोगो है इंटरनेट एक्सप्लोरर का। ठीक है,
दूसरा है अपने कोल गूगल क्रोम, जो कि बहुत ज़्यादा फेमस है तो ज़्यादातर वरतों 'ਚ ਉਹੀ ਆ ਰਿਹਾ। ਇਹ ਗੂਗਲ क्रोम ਦਾ ਲੋਗੋ ਹੈ, ਇਹ ਵੀ ਇੱਕ ਵੈਬ ਬਰਾਊਜ਼ਰ ਹੈ। ਉਸ ਤੋਂ ਇਲਾਵਾ ਫਾਇਰਫੌਕਸ ਹੈ, ਓਪੇਰਾ ਬਰਾਊਜ਼ਰ ਹੈ, ਕਈ ਤਰ੍ਹਾਂ ਦੇ ਵੈਬ ਬਰਾਊਜ਼ਰ ਹੈ। ਜੋ ਤੁਹਾਨੂੰ ਪਸੰਦ ਹੈ ਤੁਸੀਂ ਉਹ ਬਰਾਊਜ਼ਰ ਚਲਾ ਸਕਦੇ ਹੋ। HTML ਦਾ ਪ੍ਰੋਗਰਾਮ ਜਾਂ ਵੈਬ ਪੇਜ ਜਾਂ ਵੈਬਸਾਈਟ ਹਰ ਇੱਕ ਬਰਾਊਜ਼ਰ 'ਚ ਖੁੱਲ੍ਹ ਜਾਂਦੀ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਟੈਗ ਬਾਰੇ। ਆਪਾਂ ਨੂੰ ਸਮਝ ਆ ਗਿਆ ਥੋੜ੍ਹਾ ਥੋੜ੍ਹਾ, ਹੈ ਨਾ। ਤਾਂ ਟੈਗ ਦੇ ਨਾਲ ਕੀ ਹੁੰਦਾ ਹੈ, ਐਟਰੀਬਿਊਟ ਵੀ ਹੁੰਦੇ ਆ। ਹਰੇਕ ਟੈਗ ਦੀ ਜਿਹੜੀ ਇੱਕ ਪ੍ਰੋਪਰਟੀ ਹੁੰਦੀ ਹੈ। ਸਪੋਜ਼ ਕਰੋ ਜਿਵੇਂ ਆ ਬੋਡੀ ਟੈਗ ਹੈ, ਬੋਡੀ ਟੈਗ ਦੀ ਇੱਕ ਐਟਰੀਬਿਊਟ ਹੈ, ਪ੍ਰੋਪਰਟੀ ਹੈ ਬੀਜੀ ਕਲਰ। ਬੀਜੀ ਕਲਰ ਯਾਨੀ ਕਿ ਬੈਕਗਰਾਊਂਡ ਕਲਰ। ਇੱਥੇ ਯੈਲੋ, ਰੈੱਡ ਜਾਂ ਕੋਈ ਵੀ ਤੁਸੀਂ ਕਲਰ ਇਹਨੂੰ ਇੱਥੇ ਇਨਵਰਟਡ ਕੋਮਾ 'ਚ ਇਸ ਤਰ੍ਹਾਂ ਐਟਰੀਬਿਊਟ ਲਿਖਿਆ ਜਾਊਗਾ ਅਤੇ ਟੈਗ ਦੇ ਅੰਦਰ ਹੀ ਲਿਖਣਾ ਇਹਨੂੰ, ਇੱਧਰ ਉੱਧਰ ਨਹੀਂ ਕਰਨਾ, ਨਹੀਂ ਤਾਂ ਤੁਹਾਡਾ ਪ੍ਰੋਗਰਾਮ ਨਹੀਂ ਚੱਲੇਗਾ। ਆਪਾਂ ਐਸੇ ਪੇਜ ਐਡਿਟ ਕਰ ਰਹੇ ਹਾਂ, ਇਹਨੂੰ ਤੁਸੀਂ ਹੁਣ ਰੀਫਰੈਸ਼ ਕਰਨਾ ਕੰਟਰੋਲ ਆਰ ਨਾਲ ਜਾਂ F5 ਪ੍ਰੈਸ ਕਰਕੇ ਇੰਟਰਨੈਟ ਐਕਸਪਲੋਰਰ 'ਚ ਤੁਸੀਂ ਇਹਨੂੰ ਰੀਫਰੈਸ਼ ਕਰ ਸਕਦੇ ਹੋ। ਤਾਂ ਦੇਖੋ ਬੋਡੀ ਟੈਗ ਦਾ ਐਟਰੀਬਿਊਟ ਸੀ ਬੈਕਗਰਾਊਂਡ ਕਲਰ, ਜਿਹਦੇ ਨਾਲ ਕਿ ਪੇਜ ਦਾ ਤੁਹਾਡਾ ਬੈਕਗਰਾਊਂਡ ਕਲਰ ਚੇਂਜ ਹੋ ਗਿਆ। ਤਾਂ ਟੈਗ ਤੇ ਐਟਰੀਬਿਊਟ ਦੇ ਅੰਦਰ ਕੀ ਫਰਕ ਹੈ ਇਹ ਆਪਾਂ ਹੁਣ ਦੇਖ ਲੈਂਦੇ ਇੱਕ ਵਾਰੀ ਦੁਬਾਰੇ। ਤਾਂ ਬੇਟੇ ਜੋ ਟੈਗ ਹੈ ਉਹ ਅਜਿਹੀਆਂ ਹਦਾਇਤਾਂ ਹੁੰਦੀਆਂ ਹਨ ਜੋ ਸੂਚਨਾ ਨੂੰ ਵੈਬ ਪੇਜ ਉੱਤੇ ਪ੍ਰਦਰਸ਼ਿਤ ਕਰਦੇ ਹਨ। ਠੀਕ ਹੈ, ਤੇ ਐਟਰੀਬਿਊਟ ਜੋ ਹੈ ਉਹ ਟੈਗ ਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ। ਟੈਗ ਵਿੱਚ ਐਟਰੀਬਿਊਟ ਸ਼ਾਮਲ ਹੋ ਸਕਦੇ ਹਨ। ਬਟ ਐਟਰੀਬਿਊਟ ਐਲੀਮੈਂਟ ਦੇ ਓਪਨਿੰਗ ਟੈਗ ਦਾ ਹਿੱਸਾ ਹੁੰਦਾ ਹੈ। ਟੈਗ ਦੋ ਤਰ੍ਹਾਂ ਦੇ ਹੁੰਦੇ ਹਨ, ਐਮਪਟੀ ਟੈਗ ਅਤੇ ਕੰਟੇਨਰ ਟੈਗ। ਐਟਰੀਬਿਊਟ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ 'ਤੇ ਨਿਰਭਰ ਕਰਦੀਆਂ ਹਨ। ਟੈਗ ਦਾ ਉਦਾਹਰਨ ਹੈ ਜਿਵੇਂ ਟੇਬਲ ਇੱਕ ਟੈਗ ਹੈ ਅਤੇ ਉਹਦਾ ਜਿਹੜਾ ਐਟਰੀਬਿਊਟ ਹੈ, ਸਪੋਜ਼ ਕਰੋ ਬੋਰਡਰ, ਵੀ ਟੇਬਲ ਦੇ ਆਲੇ ਦੁਆਲੇ ਬੋਰਡਰ ਕਿੰਨਾ ਆਊਗਾ। ਬੋਰਡਰ ਜਿਵੇਂ ਆਪਾਂ 3 ਦਿੱਤਾ। ਇਸੇ ਤਰ੍ਹਾਂ ਹੁਣ ਆਪਾਂ ਜਿਵੇਂ ਬੋਡੀ ਟੈਗ ਦੇ ਆਪਾਂ ਬੈਕਗਰਾਊਂਡ ਕਲਰ ਲਗਾਇਆ ਸੀਗਾ, ਤਾਂ ਬੋਡੀ ਟੈਗ ਦੇ ਕਈ ਤਰ੍ਹਾਂ ਦੇ ਐਟਰੀਬਿਊਟ ਹੈ। ਜਿਵੇਂ ਬੀਜੀ ਕਲਰ ਆਪਾਂ ਯੂਜ਼ ਕਰ ਲਿਆ, ਇੱਕ ਹੈ ਇਹਦੇ 'ਚ ਬੈਕਗਰਾਊਂਡ। ਬੀਜੀ ਕਲਰ ਨਾਲ ਤਾਂ ਕਲਰ ਚੇਂਜ ਹੋਊਗਾ, ਲੇਕਿਨ ਅਗਰ ਮੈਂ ਬੈਕਗਰਾਊਂਡ 'ਚ ਕੋਈ ਇਮੇਜ ਲਗਾਉਣਾ ਚਾਹਾਂ ਵੈਬ ਪੇਜ 'ਤੇ ਤਾਂ ਮੈਂ ਉਹ ਇਮੇਜ ਵੀ ਲਗਾ ਸਕਦਾ। ਤਾਂ ਆਓ ਬੀਜੀ ਕਲਰ ਆਪਾਂ ਯੂਜ਼ ਕਰ ਚੁੱਕੇ ਹਾਂ ਅਤੇ ਹੁਣ ਆਪਾਂ ਬੈਕਗਰਾਊਂਡ ਦਾ ਯੂਜ਼ ਕਰਾਂਗੇ। ਇੱਥੇ ਆਪਾਂ ਬੀਜੀ ਕਲਰ ਲਿਖਿਆ ਸੀ, ਹੁਣ ਇੱਥੇ ਮੈਂ ਦੇ ਰਿਹਾ ਬੈਕਗਰਾਊਂਡ। ਹੁਣ ਕੋਈ ਬੈਕਗਰਾਊਂਡ ਇਮੇਜ ਲਗਾਉਣੀ ਹੈ ਮੈਂ ਇੱਥੇ। ਤਾਂ ਇਮੇਜ ਲਗਾਉਣ ਵੇਲੇ ਆਪਾਂ ਨੂੰ ਕੀ ਧਿਆਨ 'ਚ ਰੱਖਣਾ ਹੈ, ਸਭ ਤੋਂ ਪਹਿਲਾਂ ਹੀ ਗੱਲ ਹੈ ਪਾਥ, ਕਿ ਤੁਹਾਡੀ ਫੋਟੋ ਦਾ ਪਾਥ ਕੀ ਹੈ। ਤੁਹਾਡੀ ਫੋਟੋ ਦਾ ਪਾਥ ਕੀ ਹੈ। ਜੇਕਰ ਜਿੱਥੇ ਤੁਹਾਡਾ ਪ੍ਰੋਗਰਾਮ ਪਿਆ, ਜੇਕਰ ਤੁਹਾਡੀ ਫੋਟੋ ਉੱਥੇ ਹੀ ਪਈ ਹੈ ਜੋ ਤੁਸੀਂ ਬੈਕਗਰਾਊਂਡ ਲਗਾਉਣੀ ਹੈ ਤਾਂ ਕੋਈ ਦਿੱਕਤ ਨਹੀਂ। ਲੇਕਿਨ ਜੇਕਰ ਤੁਹਾਡੀ ਇਮੇਜ ਹੀ ਕਿਸੇ ਹੋਰ ਡਰਾਈਵ 'ਚ ਪਈ ਹੈ ਤਾਂ ਉਹ ਪੂਰਾ ਪਾਥ ਆਪਾਂ ਨੂੰ ਦੇਣਾ ਪਊਗਾ। ਦੋਨੇ ਤਰੀਕੇ ਨਾਲ ਆਪਾਂ ਫੋਟੋ ਲਗਾਵਾਂਗੇ। ਡੈਸਕਟੋਪ 'ਤੇ ਹੀ ਮੇਰਾ ਪ੍ਰੋਗਰਾਮ ਹੈ, ਡੈਸਕਟੋਪ 'ਤੇ ਹੀ ਮੈਂ ਫੋਟੋ ਛੱਡਤੀ 3.jpg ਕਰਕੇ। ਹੁਣ ਬੈਕਗਰਾਊਂਡ ਇਜ਼ ਇਕੁਅਲ ਟੂ ਮੈਂ ਲਿਖਤਾ 3.jpg। ਕੰਟਰੋਲ S ਨਾਲ ਮੈਨੂੰ ਸੇਵ ਕਰਤਾ ਹੈ। ਆਪਦਾ ਵੈਬ ਬਰਾਊਜ਼ਰ ਦੁਬਾਰਾ ਖੋਲ੍ਹਿਆ, ਇਹਨੂੰ ਦੁਬਾਰਾ ਰੀਲੋਡ ਜਾਂ ਰੀਫਰੈਸ਼ ਕਰ ਰਿਹਾ ਤਾਂ ਦੇਖੋ ਆ ਇਮੇਜ ਲੱਗ ਗਈ ਹੈ। ਲੇਕਿਨ ਜੇ ਤੁਸੀਂ ਇਹਦੇ 'ਚ ਕੋਈ ਗੜਬੜ ਕਰਤੀ, ਜਿਵੇਂ JPG ਦੀ ਥਾਂ 'ਤੇ JPEG ਲਿਖਤਾ, ਤੈਨੂੰ ਇਹ ਫੋਟੋ ਲੱਭੂਗੀ ਨਹੀਂ, ਤਾਂ ਉਹ ਬੈਕਗਰਾਊਂਡ 'ਚ ਨਹੀਂ ਆਊਗੀ। ਜਾਂ ਸਪੋਜ਼ ਕਰੋ ਤੁਸੀਂ ਕਿਸੇ ਪਾਸਿਓਂ ਲੈ ਕੇ ਆ ਰਹੇ ਹੋ ਤਾਂ ਉਹਦਾ ਪਾਥ ਜੋ ਹੈ ਸਹੀ ਹੋਣਾ ਚਾਹੀਦਾ। ਜਿਵੇਂ ਆਪਾਂ ਚੱਕੀ ਸੀ ਫੋਟੋ, ਇੱਥੋਂ ਚੱਕੀ ਸੀ, ਹੁਣ ਇੱਕ 3.jpg ਇੱਥੇ ਹੋਰ ਪਈ ਹੈ। ਚਲੋ ਇੱਥੇ ਅੱਡ ਅੱਡ ਪਈਆਂ 3.1। ਆਪਾਂ ਹੁਣ ਇਹਦੇ ਅੰਦਰ ਕੋਈ ਵੀ ਇਮੇਜ ਸਿਲੈਕਟ ਕਰ ਲਓ ਤੁਸੀਂ। ਆਹ ਫੋਟੋ ਲੈ ਰਿਹਾ ਮੈਂ, ਇਹਨੂੰ ਰੀਨੇਮ ਕਰ ਦਿੰਦਾ ਮੈਂ 4 ਵਾਰੀ ਇਹ ਲਿਖ ਦਿੰਦੇ ਹਾਂ ਤਾਂ ਕਿ ਇਹ ਉੱਤੇ ਉੱਤੇ ਆ ਜਾਏ ਇੱਕ ਤਾਂ। ਠੀਕ ਹੈ, ਆਹ ਫੋਟੋ ਆ ਗਈ ਆਪਣੀ। ਹੁਣ ਪਹਿਲਾਂ ਤਾਂ ਤੁਸੀਂ ਆਹ ਸਾਰਾ ਪਾਥ ਕੰਟਰੋਲ C ਨਾਲ ਕਾਪੀ ਕਰ ਲੈਣਾ, ਆਪਦੇ ਪ੍ਰੋਗਰਾਮ 'ਚ ਜਾਣਾ, ਆਹ ਸਾਰਾ ਪਾਥ ਲਿਖ ਦੇਣਾ ਇੱਥੇ। ਉਸ ਤੋਂ ਬਾਅਦ ਇੱਕ ਸਲੈਸ਼ ਹੋਰ ਲੱਗੇਗਾ ਅਤੇ ਇਹ ਮੈਂ ਫੋਟੋ ਦਾ ਆਪਦੀ ਦਾ ਨਾਂ ਰੱਖਿਆ ਸੀ,
JPG ਤੇ JPEG ਇਹਦਾ ਖਾਸ ਖਿਆਲ ਰੱਖ ਲੈਣਾ, नहीं तो फोटो जो है डिस्प्ले नहीं होगी। लो हुण ये फोटो अपनी बैकग्राउंड डिस्प्ले होगी। तो बैकग्राउंड बॉडी टैग के दो एट्रीब्यूट हो गए, एक हो गया बैकग्राउंड, एक हो गया बिजी कलर। बैकग्राउंड नाल की होगा, तुसी इमेज लगा सकते हो पिछे आपदे वैब पेज के बैकग्राउंड इमेज लगा सकते हो। बिजी कलर का मतलब है बैकग्राउंड कलर। ਇਹਦੀ मदद नाल तुसी पेज के पिछे या टेबल के पिछे उसका तुसी कलर चेंज कर सकते हो, पेज का कलर चेंज कर सकते। चलो हुण आपां चलते हैं कि बॉडी टैग के अंदर आपां की कुछ कर सकते हैं। असी एक वैब पेज नूं बनाउण जा रहे हैं ਜਾਂ वैब पेज डिजाइन, जिवें मैं गल कर रहा सी कि बॉडी टैग च हुण तां आपां सिंपल लिखिआ माई फर्स्ट पेज है ना। एक आप एट्रीब्यूट दोबारा लाई लैने इत्थे बीजी कलर इज इक्वल टू येलो। तो HTML के अंदर सब तो पहला आपां टैक्सट फॉर्मैटिंग के कई सारे टैग्स आपां करने ने। जिवें इहदे सब तो पहला टैग हुंदा है हैडिंग 1 टैग, जिन्हों H1 टैग कहा जाता है। ये कंटेनर टैग है। इस तरह एक टैग है H2, H3, H4, H5, H6। तो ये अपना क्वेश्चन भी बनता है कि हैडिंग के किन्ने पद्धर हुंदे हन, तो इसदा आंसर है हैडिंग के 6 पद्धर हुंदे हन। ठीक है, ये टैग लग गए। हुण टैग के अंदर तुसी जो लिखोगे वही शो होगा। जिवें मैं HTML ही लिखांगा सारे टैग्स के अंदर, तो जो आप इसकी आउटपुट देखांगे तो जिहड़ा H1 टैग है वो सारिਆਂ तो फॉन्ट नूं काफ़ी वड्डे साइज दिखाएगा, H2 उस तो छोटे च, H3 उस तो छोटे च, H4 उस तो छोटे च, H5 उस तो छोटे च, H6 सब तो छोटे च। तो आ जाओ, जिवें कि आपां पेज बनाई रखा है, सेव तुहानूं मैं दस ही दिता है। जे दोबारा देख सकते हो वीडियो नूं पिछे करके किवें आपां सेव करिया सी। हुण मैनूं रिफ्रैश कर रहा कुछ ज़्यादा ही आपां जूम कर रखा। तो देखो ये H1 टैग है मेरा, फिर H2 टैग H1 तो छोटा है, H3 टैग H2 तो छोटा है, H4, H5 इस तरह H6 टैग। ਜਿਹੜੇ ਹੈਡਿੰਗ टैग है ਉਹਦੇ 'ਚ ਆਪਾਂ ਨੂੰ ब्रेक रो नवीं लाइन 'ਚ जाण ਦੀ ਲੋੜ नहीं पैंदी। ਹੁਣ ਆਪਾਂ ਇੱਕ ब्रेक रो ਲੈ ਰਹੇ ਹਾਂ ਇੱਥੇ। ਹੁਣ ਆਪਾਂ HTML ਦੇ ਫੌਂਟ ਟੈਗ ਬਾਰੇ ਪੜਾਂਗੇ। ਫੌਂਟ ਜਿਹੜਾ ਟੈਗ ਹੈ ਉਹਦੀ ਮਦਦ ਨਾਲ ਤੁਸੀਂ ਟੈਕਸਟ ਦੇ ਅੰਦਰ ਸਾਈਜ਼, ਕਲਰ ਅਤੇ ਉਸ ਦਾ ਫੌਂਟ ਨਿਰਧਾਰਿਤ कर सकते हो। फॉन्ट टैग के 3 एट्रीब्यूट है, याद कर लो, फेस, साइज अते कलर। फेस, साइज अते कलर। फॉन्ट टैग भी कंटेनर टैग है। फॉन्ट टैग लिखा, फॉन्ट टैग लिखता, ठीक है। ਇਹਦੇ अंदर तुसी लिखता हाइपर टैक्सट। सेव कर रहे हैं आप, रिफ्रैश कर रहे हैं, तो ये सिंपल टैक्सट आ जाएगा हाइपर टैक्सट। ਹੁਣ देखो तुसी 3 पैदे दसे थोनों। साइज पहला की है, साइज एट्रीब्यूट है फॉन्ट टैग। साइज आपां नूं पता है कि पिक्सल्स के अंदर आप शो कर सकते हैं, तो मैं इन्हूं साइज दे रहा 40px। px मतलब पिक्सल्स। तो देखो जी साइज तो वड्डा हो गया। हुण इहदा आपां कलर चेंज करना है। पहला तो आपां बैकग्राउंड कलर चेंज कराया सी, हुण आपां फॉन्ट का यानी कि टैक्सट का कलर चेंज कर रहे हैं। हुण देता जी मैं रैड कलर देता, सॉरी रैड। आ देखो जी रैड कलर का हो गया। हुण इहदे च है फेस। फेस यानी कि फॉन्ट किहड़ा लाउणा है, अनमोल लिपि लाउणा है, जां टाइम्स न्यू रोमन लैना है, जां कॉमिक सेंस MS लैना है। तो फॉन्ट की जिहड़ी है तुहानूं पहली गल तो स्पैलिंग सही पता होनी चाहिए है, तां ही तुहाडा फॉन्ट चलेगा। फॉन्ट की लिस्ट तुसी वर्ड या नोटपैड च देख सकते हो भी तुहाडे कोल किहड़े फॉन्ट पे है। जिवें मेरे कोल एक फॉन्ट पे है अल्जीरियन, तो मैं इत्थे ALGRIN अल्जीरियन ही लिखांगा। इनू मैं सेव करता है, फाइल च जाके कंट्रोल S नाल सेव कर लो। तो हुण आपां आपदे पेज ते दोबारा चलते हैं, इसनूं आपां रिफ्रैश करांगे। तो देखो फॉन्ट का स्टाइल, साइज अते कलर, फॉन्ट का फेस, साइज अते कलर आपां फॉन्ट टैग का आपां इस तरह आपां चेंज कर सकते हैं।
उस तो अगला टैग है अपना एट्रीब्यूट टैग। एट्रीब्यूट एट्रीब्यूट टैग नहीं, पैराग्राफ टैग आप पढ़ांगे इस तो बाद। ਇੱਥੇ ਵੀ ਆਪਾਂ ਇੱਕ ਬ੍ਰੇਕ ਰੋ ਲੈ ਲਈਏ ਜਾਂ ਆਪਾਂ ਇਸ ਨੂੰ ਸਾਰੇ ਨੂੰ ਕਰੀ ਬੋਡੀ ਟੈਗ ਦੇ ਸਾਰੇ ਡਿਲੀਟ ਕਰ। ਤਾਂ ਹੁਣ ਆਪਾਂ ਪੜ੍ਹ ਰਹੇ ਹਾਂ ਪੀ ਟੈਗ ਯਾਨੀ ਕਿ ਪੈਰਾਗ੍ਰਾਫ ਟੈਗ। ਇਹ ਵੀ ਇੱਕ ਕੰਟੇਨਰ ਟੈਗ ਹੈ। ਤਾਂ ਜਦੋਂ ਆਪਾਂ ਕਾਫੀ ਅਮਾਊਂਟ 'ਚ ਟੈਕਸਟ ਲਿਖਣਾ ਉਦੋਂ ਆਪਾਂ ਪੈਰਾਗ੍ਰਾਫ ਟੈਗ ਯੂਜ਼ ਕਰ ਸਕਦੇ ਹਾਂ। ਪੈਰਾਗ੍ਰਾਫ ਟੈਗ ਦੀ 3 ਤਰ੍ਹਾਂ ਦੀ ਅਲਾਈਨਮੈਂਟ ਆਪਾਂ ਕਰ ਸਕਦੇ ਹਾਂ, ਜਿਵੇਂ ਆਪਾਂ ਵਰਡ 'ਚ ਜਾਂ ਐਕਸਲ ਵਰਡ ਜਾਂ ਪਾਵਰਪੁਆਇੰਟ 'ਚ ਕਰਦੇ ਰਹੇ ਹਾਂ। ਲੈਫਟ, ਜਸਟੀਫਾਈ ਅਤੇ ਸੈਂਟਰ ਤੇ ਰਾਈਟ ਅਲਾਈਨਮੈਂਟ ਵੀ ਇਹਦੀ ਆਪਾਂ ਕਰ ਸਕਦੇ ਹਾਂ। ਤਾਂ ਅਲਾਈਨ ਕਰਨ ਵਾਸਤੇ ਤਾਂ ਇਹਦਾ ਆਪਾਂ ਐਟਰੀਬਿਊਟ ਹੋ ਗਿਆ ਅਲਾਈਨ। 3 ਤਰ੍ਹਾਂ ਦੀ ਅਲਾਈਨਮੈਂਟ ਹੈ, ਆਪਾਂ ਇਹਦੀ ਸੈਂਟਰ ਅਲਾਈਨਮੈਂਟ ਰੱਖਾਂਗੇ। ਤਾਂ ਇਹ ਇਹਦਾ ਪੀ ਟੈਗ ਦਾ ਐਟਰੀਬਿਊਟ ਹੋ ਗਿਆ। ਹੁਣ ਆਪਾਂ ਇੱਕ ਇੱਥੇ ਪੈਰਾਗ੍ਰਾਫ ਲਿਖਣਾ ਹੈ। ਪੈਰਾਗ੍ਰਾਫ ਵੀ ਆਪਾਂ जो कुछ भी लिख सकते हो, मैं तो सीधा कॉपी पेस्ट करांगा एक करी। मैं कुछ ले लेता हूँ, मैं काफ़ी बार इन्हें कॉपी पेस्ट करता है, 4-5 वारी करता ताकि अपन आउटपुट च पैराग्राफ दी ठीक है जी। आप मैं एक पैराग्राफ लिखा है जिसकी अलाइनमेंट मैं सेंटर के अंदर रखी है। जे आप ये अलाइनमेंट नू लैफ्ट कर देंगे तो ये पैराग्राफ लैफ्ट नू अलाइन हो जाएगा। ਜਦੋਂ ਤੁਸੀਂ ਇਹ ਲੈਫਟ ਅਲਾਈਨਮੈਂਟ ਕਰਤੀ ਹੈ ਦੀ ਤਾਂ ਤੁਸੀਂ ਦੇਖੋਗੇ ਕਿ ਰਾਈਟ ਸਾਈਡ ਤੇ ਇਹ ਥੋੜਾ ਬਰਾਬਰ ਨਹੀਂ ਆ ਰਿਹਾ, ਲੇਕਿਨ ਲੈਫਟ ਸਾਈਡ ਤੋਂ ਇਹ ਬਰਾਬਰ ਆ ਰਿਹਾ। ਤਾਂ ਇਸ ਚੀਜ਼ ਨੂੰ ਸੈੱਟ ਕਰਨ ਵਾਸਤੇ ਆਪਣੇ ਕੋਲ ਆਪਸ਼ਨ ਹੁੰਦੀ ਹੈ ਜਸਟੀਫਾਈ, ਜਿਹੜਾ ਕਿ ਲੈਫਟ ਤੇ ਰਾਈਟ ਤੋਂ ਪੈਰਾਗ੍ਰਾਫ ਨੂੰ ਬਿਲਕੁਲ ਬਰਾਬਰ ਕਰਕੇ ਦਿਖਾਊਗਾ। ਤਾਂ ਹੁਣ ਆਪਾਂ ਇਹਦੀ ਅਲਾਈਨਮੈਂਟ ਜਸਟੀਫਾਈ ਹੀ ਕਰ ਦਿੰਦੇ ਹਾਂ। ਤਾਂ ਦੇਖੋ ਤੁਸੀਂ ਲੈਫਟ ਸਾਈਡ ਤੋਂ ਵੀ ਤੇ ਰਾਈਟ ਸਾਈਡ ਤੋਂ ਵੀ ਜੋ ਹੈ ਆਪਾਂ ਨੂੰ ਪੈਰਾਗ੍ਰਾਫ ਇੱਕੋ ਵਰਗਾ ਮਿਲ ਗਿਆ। ਇਹ ਪੈਰਾਗ੍ਰਾਫ ਸੀਗਾ ਆਪਣਾ ਐਮਪਟੀ ਟੈਗ। ਆਪਣੀ ਗੱਲ ਹੋਈ ਹੈ ਪਹਿਲਾਂ BR ਟੈਗ ਜਿਹੜਾ ਉਹ ਮੇਰਾ ਐਮਪਟੀ ਟੈਗ ਹੈ, ਇਹਨੂੰ ਕਲੋਜ਼ ਕਰਨ ਦੀ ਲੋੜ ਨਹੀਂ ਹੁੰਦੀ। ਦੂਸਰਾ ਐਮਪਟੀ ਟੈਗ ਕਿਹੜਾ ਆਪਣਾ HR ਦਾ ਮਤਲਬ ਹੋਰੀਜ਼ੋਨਟਲ ਰੋ। HR ਦਾ ਮਤਲਬ ਹੋਰੀਜ਼ੋਨਟਲ ਰੋ यानी कि एक सीधी लाइन जो कि पेज के उपर आ जाएगी। तो HR टैग के भी 4 एट्रीब्यूट हैं जिहदे च है साइज, विड्थ, अलाइन अते कलर। सिंपल HR टैग लगा देने आपां ते पेज नूं रीफ्रैश करते हैं तो एक सिंपल होरीजोनटल रो आ रही है मेरे को। पर मैं इहदे च थोड़ा जिहा एट्रीब्यूट लगा के इहदा कलर मैं रैड कर देना। रैड कलर करन तो बाद एक रैड कलर की हो जाएगी। फिर यदि साइज और विड्थ की गल करिए जे आपां तां साइज, विड्थ ते अलाइन। साइज का भाव है कि तुसीं इहदा साइज कितना रखना चाहते हो, कि ये पूरे पेज ते आवे जां ये पूरे पेज ते ना आवे। साइज, विड्थ यानी कि चौड़ाई आप विड्थ सैट कर देंगे इत्थे ते अलाइन कर देंगे इन्हूं आपां सेंटर। ये 4 एट्रीब्यूट हैं तो इहदी जिहड़ी विड्थ आपां बहुत घट रखती है। साइज का मतलब मोटाई है तो विड्थ का मतलब लंबाई है। आ देखो ये हुण अपनी होरीजेंटल रो, ये मैं सेव करके वार-वार रीफ्रैश कर रहा। तो इस तरह होरीजेंटल रो नूं आपां यूज़ कर सकते हैं। HTML के अंदर टैक्सट फॉर्मैटिंग के होर भी टैग हैं जिहड़े कि आपां हजे डिस्कस नहीं किए, वो आपां हुण चलावांगे। उस तो बाद आपां ऑर्डर अते अनऑर्डर्ड लिस्ट बारे पढ़ांगे। तो बॉडी टैग अपना पिया ही है।
ਤਾਂ ਹੁਣ ਤੱਕ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੈਰਾਗ੍ਰਾਫ ਆਪਾਂ ਲਗਾ ਲਿਆ, ਹੋਰੀਜ਼ੈਂਟਲ ਰੋ ਲਗਾ ਲਈ, ਫੌਂਟ ਟੈਗ ਆਪਾਂ ਯੂਜ਼ ਕਰ ਲਿਆ ਅਤੇ ਹੈਡਿੰਗ ਟੈਗ ਯੂਜ਼ ਕਰ ਲਈ। ਹੁਣ ਆਪਾਂ ਗੱਲ ਕਰਦੇ ਹਾਂ ਸਿੰਪਲ ਟੈਕਸਟ ਫਾਰਮੈਟਸ। ਜਿਵੇਂ ਇੱਕ ਆਪਾਂ ਸਿੰਪਲ ਚੀਜ਼ HTML ਲਿਖਤੀ, ਇਹਨੂੰ ਸੇਵ ਕਰਿਆ ਤੇ ਆਪਦੇ ਪ੍ਰੋਗਰਾਮ ਨੂੰ ਚਲਾਵਾਂਗੇ ਜਦੋਂ ਸਿੰਪਲ ਲਿਖਿਆ ਆ ਰਿਹਾ। ਮੈਂ ਚਾਹਣਾ ਕਿ ਇਹ ਥੋੜਾ ਬੋਲਡ ਹੋ ਜੇ, ਤਾਂ ਬੋਲਡ ਲਈ B ਟੈਗ, B ਫॉर ਬੋਲਡ। ਤਾਂ ਇਹ ਹੁਣ ਟੈਕਸਟ ਜਿਹੜਾ ਹੈ ਇਹ ਬੋਲਡ ਹੋ ਕੇ ਆਏਗਾ ਇਸ ਤਰ੍ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਇਟੈਲਿਕ, I ਫॉर ਇਟੈਲਿਕ, ਇਹ ਯਾਦ ਕਰੀ ਚੱਲੋ ਨਾਲ ਨਾਲ, ਤਾਂ I ਟੈਗ ਲਗਾ ਦੇंगे ਆਪਾਂ, ਇਟੈਲਿਕ ਹੋ ਜਾਏਗਾ। ਇੱਕ ਮੈਂ BR ਟੈਗ ਜ਼ਰੂਰ ਲਗਾਉਂਗਾ ਇਹਦੇ ਨਾਲ, ਨਹੀਂ ਤਾਂ ਇਹ ਇਕੱਠਾ ਹੀ ਹੋ ਜਾਊਗਾ। ਇਹ ਇਟੈਲਿਕ ਹੋ ਗਿਆ। ਹੁਣ ਆਪਾਂ ਚਾਹ ਰਹੇ ਹਾਂ ਕਿ ਟੈਕਸਟ ਦੇ ਥੱਲੇ ਲਾਈਨ ਲੱਗ ਜੇ, ਤਾਂ ਲਾਈਨ ਯਾਨੀ ਕਿ ਅੰਡਰਲਾਈਨ U, ਤਾਂ ਇਹ ਹੋ ਗਿਆ ਆਪਣਾ ਅੰਡਰਲਾਈਨ, U ਟੈਗ ਨਾਲ ਅੰਡਰਲਾਈਨ ਹੋ ਗਿਆ। ਠੀਕ ਹੈ, ਇਹ ਲਾਈਨ ਲੱਗ ਗਈ। ਥੋੜਾ ਜ਼ੂਮ ਕਰ ਲੈਂਦੇ ਆਪਾਂ ਤਾਂ ਕਿ ਆਸਾਨੀ ਰਹੇ ਤੁਹਾਨੂੰ ਵੀ। ਠੀਕ ਹੈ, ਇਹ ਪਲੇਨ ਟੈਕਸਟ ਸੀਗਾ, ਇਹ ਬੋਲਡ ਹੈ, ਇਹ ਇਟੈਲਿਕ ਹੈ, ਇਹ ਆਪਣਾ ਅੰਡਰਲਾਈਨ ਟੈਕਸਟ ਹੈ। ਉਸ ਤੋਂ ਇਲਾਵਾ ਹੋਰ ਕਿਹੜੇ ਆਪਾਂ ਯੂਜ਼ ਕਰ ਸਕਦੇ ਹਾਂ? ਜਿਵੇਂ ਆਪਾਂ ਪੈਰਾਗ੍ਰਾਫ ਟੈਗ ਯੂਜ਼ ਕਰਿਆ ਸੀ, ਉਸੇ ਤਰ੍ਹਾਂ ਇੱਕ ਪ੍ਰੀ ਫੋਰਮੈਟਡ ਟੈਕਸਟ ਟੈਗ ਹੁੰਦਾ ਜਿਹਨੂੰ ਆਪਾਂ ਪ੍ਰੀ ਲਿਖ ਦਿੰਦੇ। ਇਹਦਾ ਮਤਲਬ ਇਹ ਹੁੰਦਾ ਹੈ, ਇੱਕ ਤਾਂ ਮੇਰਾ ਪੈਰਾਗ੍ਰਾਫ ਟੈਗ ਹੈ, ਇਹਦੇ 'ਚ ਸਪੋਜ਼ ਮੈਂ ਇੱਕ ਪੈਰਾਗ੍ਰਾਫ, ਇੱਕ ਲਾਈਨ ਲਿਖ ਰਿਹਾ ਸਿੰਪਲ, ਉਹੀ ਲਾਈਨ ਮੈਂ ਪ੍ਰੀ ਟੈਗ ਵਿੱਚ ਪੇਸਟ ਕਰਤੀ। ਇੱਕ ਮੈਂ ਬ੍ਰੇਕ ਰੋ ਦੇ ਦਿੰਦਾ ਇੱਥੇ, ਪ੍ਰੋਗਰਾਮ ਨੂੰ ਮੈਂ ਸੇਵ ਕਰਦਾ ਅਤੇ ਰੀਫਰੈਸ਼ ਕਰਦਾ। ਸੌਰੀ, ਤਾਂ ਦੇਖੋ ਪੈਰਾਗ੍ਰਾਫ ਨੇ ਤਾਂ ਆਪਣੇ ਆਪ ਹੀ ਐਂਟਰ ਲੈ ਲਿਆ ਹੈ ਨਾ, ਲੇਕਿਨ ਪ੍ਰੀ ਫੋਰਮੈਟਡ ਨੇ ਉਹਨੂੰ ਜਿਵੇਂ ਆਪਾਂ ਲਿਖਿਆ ਸੀ ਉਸੇ ਤਰ੍ਹਾਂ ਉਹਨੂੰ ਲਾਈਨ ਨੂੰ ਲੈ ਗਿਆ। ਹੁਣ ਪ੍ਰੀ ਟੈਗ ਦੀ ਕੀ ਖਾਸੀਅਤ ਹੈ ਕਿ ਜਿੱਥੇ ਤੁਸੀਂ ਪ੍ਰੋਗਰਾਮ ਦੇ ਅੰਦਰ, ਸੋਰਸ ਪ੍ਰੋਗਰਾਮ ਦੇ ਅੰਦਰ ਐਂਟਰ ਮਾਰਤਾ ਜਾਂ ਜਿੱਥੇ ਤੁਸੀਂ ਇੱਥੇ ਸਪੇਸ ਦੇਤਾ, ਇਹ ਉਸੇ ਤਰ੍ਹਾਂ ਹੀ ਤੁਹਾਨੂੰ ਵੈਬ ਪੇਜ ਦੇ ਉੱਤੇ ਸ਼ੋਅ ਕਰੂਗਾ। ਹੁਣ ਦੇਖੋ ਮੈਂ 1 2 3 4 ਤਾਂ ਮੈਂ ਲਾਈਨਾਂ ਬਦਲਤੀਆਂ ਤੇ ਡਾਕੂਮੈਂਟ ਯੋਰ ਅਤੇ HTML ਤੇ ਸੋਰਸ ਦੇ ਵਿਚਾਲੇ ਮੈਂ ਸਪੇਸ ਦੇਤਾ। ਹੁਣ ਜਦੋਂ ਤੁਸੀਂ ਇਹਨੂੰ ਇੱਥੇ ਚੈੱਕ ਕਰੋਗੇ ਤਾਂ ਇਹ ਉਸੇ ਸ਼ੇਪ 'ਚ, ਉਸੇ ਫੋਰਮੈਟਿੰਗ 'ਚ ਆ ਜਾਊਗਾ ਜੋ ਤੁਸੀਂ ਆਪਦੇ ਸੋਰਸ ਪ੍ਰੋਗਰਾਮ 'ਚ ਕਰਿਆ। ਉਸ ਤੋਂ ਇਲਾਵਾ ਆਪਣੇ ਕੋਲ ਟੈਕਸਟ ਫੋਰਮੈਟਿੰਗ ਟੈਗਸ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਇੱਕ ਹੁੰਦਾ ਸਬ ਸਕ੍ਰਿਪਟ ਟੈਗ, ਸਬ ਨਾਲ ਲਿਖਿਆ ਜਾਊਗਾ ਇਹਨੂੰ, ਸਬ ਸਕ੍ਰਿਪਟ। ਇੱਕ ਹੋਊਗਾ ਸੁਪ ਟੈਗ, ਸੁਪਰ ਸਕ੍ਰਿਪਟ ਟੈਗ। ਦੇਖੀ ਚੱਲੋ, ਬਹੁਤ ਹੀ ਇੰਟਰਸਟਿੰਗ ਹੈ ਇਹ, ਸਬ ਅਤੇ ਸੁਪ। ਸਬ ਦਾ ਮਤਲਬ ਹੈ ਸਬਸਕ੍ਰਿਪਟ ਤੇ ਸੁਪ ਦਾ ਮਤਲਬ ਹੈ ਸੁਪਰ ਸਕ੍ਰਿਪਟ। ਠੀਕ ਹੈ, ਇੱਥੇ ਆਪਾਂ ਬ੍ਰੇਕ ਰੋ ਵੀ ਲਾ ਰਹੇ ਹਾਂ। ਜਿਵੇਂ ਕਿ ਮੈਂ ਕਹਦਾ 2 ਦੇ ਪੈਰ ਦੇ ਅੰਦਰ n ਆ ਜੇ, ਇੱਕ ਮੈਂ ਕਹਿੰਦਾ x ਦੀ ਪਾਵਰ n ਜਾਂ y ਹੋ ਜੇ, ਤਾਂ ਸਬਸਕ੍ਰਿਪਟ ਜੋ ਟੈਗ ਹੈ ਉਹ ਕਿਸੇ ਟੈਕਸਟ ਦੇ ਪੈਰ ਦੇ ਥੱਲੇ ਛੋਟੇ ਜਿਹੇ ਅੱਖਰ ਨੂੰ ਦਿਖਾਉਣ ਲਈ ਕੀਤਾ ਜਾਂਦਾ ਹੈ, ਅਤੇ ਜਿਹੜਾ ਸੁਪਰਸਕ੍ਰਿਪਟ ਟੈਗ ਹੈ ਉਹ ਕਿਸੇ ਚੀਜ਼ ਦੀ ਪਾਵਰ, ਜਿਵੇਂ ਆਪਾਂ ਮੈਥਮੈਟਿਕਸ 'ਚ ਪੜ੍ਹਦੇ ਹਾਂ ਉਹਦੇ ਲਈ। ਆਹ ਦੇਖੋ, ਹੁਣ ਇਹ ਆਪਣਾ ਸਬਸਕ੍ਰਿਪਟ ਟੈਗ ਹੈ, ਇਹ ਆਪਣਾ ਸੁਪਰਸਕ੍ਰਿਪਟ ਟੈਗ ਹੈ। ਸਬ ਯਾਨੀ ਕਿ ਨੀਚੇ, ਸੁਪਰ ਯਾਨੀ ਕਿ ਉੱਪਰ। ਤਾਂ ਇਹ ਸੀਗਾ ਆਪਣੇ ਟੈਕਸਟ ਫੋਰਮੈਟਿੰਗ ਦੇ ਟੈਗਸ। ਆਪਾਂ ਨਾਲ ਨਾਲ ਐਟਰੀਬਿਊਟ ਵੀ ਕਰ ਰਹੇ ਹਾਂ, ਕਿਤਾਬ ਦੇ ਹਿਸਾਬ ਨਾਲ ਹੀ ਮੈਂ ਤੁਹਾਨੂੰ ਕਰਾ ਰਿਹਾ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਲਿਸਟ। 3 ਤਰ੍ਹਾਂ ਦੀਆਂ ਲਿਸਟਸ ਹੈ ਆਪਣੇ ਕੋਲ, ਆਰਡਰਡ ਲਿਸਟ ਜਾਂ ਨੰਬਰ ਲਿਸਟ ਕਹਿ ਦਿੰਦੇ ਇਹਨੂੰ। ਇੱਕ ਹੁੰਦੀ ਹੈ ਅਨਆਰਡਰਡ ਜਾਂ ਬੁਲਟਡ ਲਿਸਟ। ਠੀਕ ਹੈ, ਤੇ ਇੱਕ ਹੁੰਦੀ ਆਪਣੇ ਕੋਲ ਡੈਫੀਨੇਸ਼ਨ ਲਿਸਟ। ਇਹ ਤਿੰਨੇ ਲਿਸਟਾਂ ਬਾਰੇ ਆਪਾਂ ਹੁਣ ਪੜ੍ਹਾਂਗੇ ਅਤੇ ਨਾਲ ਹੀ ਨਾਲ ਆਪਣਾ ਪ੍ਰਯੋਗ ਚੱਲੂਗਾ ਇਹਦਾ। ਤਾਂ ਸਭ ਤੋਂ ਪਹਿਲਾਂ ਆਪਾਂ ਲਿਸਟ ਸ਼ੁਰੂ ਕਰਦੇ ਹਾਂ, ਆਰਡਰਡ ਲਿਸਟ। ਐਟਰੀਬਿਊਟ ਬਾਰੇ ਤੁਸੀਂ ਸਮਝ ਹੀ ਗਏ, ਆਪਾਂ ਬੋਡੀ ਟੈਗ ਦਾ ਲਾਇਆ, ਪੈਰਾਗ੍ਰਾਫ ਟੈਗ ਦਾ ਲਗਾਇਆ ਹੈ ਨਾ, HR ਟੈਗ, ਫੌਂਟ ਟੈਗ, ਸਾਰਿਆਂ ਦੇ ਆਪਾਂ ਐਟਰੀਬਿਊਟ ਲਗਾਏ। ਆਰਡਰਡ ਲਿਸਟ ਜੋ ਹੈ
OL ਟੈਗ ਨਾਲ ਸ਼ੁਰੂ ਹੋਊਗੀ ਅਤੇ OL ਟੈਗ ਨਾਲ ਬੰਦ ਹੋਏਗੀ। OL ਟੈਗ ਨਾਲ ਸ਼ੁਰੂ ਹੋਏਗੀ, OL ਟੈਗ ਨਾਲ ਬੰਦ ਹੋਏਗੀ। ਫਿਰ ਜਿਹੜੀ ਇਹਦੇ ਅੰਦਰ ਤੁਸੀਂ ਲਿਸਟ ਬਣਾ ਰਹੇ ਹੋ ਉਹ LI यानी कि लिस्ट आइटम टैग के अंदर परिभाषित करनी। ठीक है, पहली लिस्ट आइटम मेरी होगी कीबोर्ड, दूसरी मैं रख लेना माउस, तो तीसरी मैं रख लेना मोनीटर। इनू सेव करांगे, आपदे वैब पेज ते जावांगे, रिफ्रैश करा तो बाय डिफॉल्ट देखो नंबर लगे आ गया अगे 1 2 ते 3। ये ऑर्डर लिस्ट या नंबर लिस्ट होंदी है जिहदे च लिस्ट आइटम के अगे नंबर लग्या होंदा है। नंबर के अलावा तुसी इहदे च रोमन संख्या भी लगा सकते हो जां ABC च भी इहदी नंबरिंग कर सकते हैं। तो उहदे लई इहदा एट्रीब्यूट है टाइप। टाइप च जे तुसी छोटी आई पाउणे हो तो ऑर्डर लिस्ट थोड़ी छोटे रोमन च आऊगी। जे टाइप च तुसी वड्डी आई पा के सेव करके रिफ्रैश करो तो ये वड्डी रोमन संख्या च आ गई। बाय डिफॉल्ट जे आपां जिवें 1 2 3 आई रहा सी, जे इहनूं टाइप च तुसी 1 लिखोगे तो इत्थे 1 2 3 आएगा। जे टाइप च तुसी A लिखता, छोटा A लिखता तो नंबरिंग ABC च बदल जाएगी। ये 4 तरह के इहदे च अपने टाइप है। ठीक है, समझ गए। नंबर लिस्ट यानी कि लिस्ट के अगे जिथे नंबरिंग की होवे 1 2 3 या रोमन संख्या च या दूसरे च। दूजी तरह की लिस्ट है अपनी अनऑर्डर्ड या बुलटेड लिस्ट। बुलटेड लिस्ट मतलब कि अगे उहदे कोई सिंबल लग्या होवे। जिस तरह ऑर्डर्ड लिस्ट OL टैग नाल शुरू हो रही सी, ये UL अनऑर्डर्ड लिस्ट नाल शुरू होगी। इहदे 3 टाइप रहणगे। सब तो पहला आपां देखते हैं इहदा डिफॉल्ट की है। तो यदा जोड़ा डिफॉल्ट सिंबल है, डिफॉल्ट बुलट, वो डिस्क है, डिस्क के रूप च आ रहा है। इनू आप फिर करते हैं, चलो टाइप यदा सर्कल कर दो। सर्कल करोगे तो एक छोटा जिहा सर्कल थोड़ी लिस्ट के अगे बनया आ जाऊगा, जिमें कि तुसीं आ देख सकते हो। सर्कल तो अलावा फिर तीजा किहड़ा इहदा स्क्वेयर, स्क्वेयर वर्ग। तो इत्थे हुण वर्ग बनया आ जाऊगा अनऑर्डर लिस्ट के अगे। ठीक है, तो ऑर्डर लिस्ट के चार एट्रीब्यूट सी, छोटी रोमन, वड्डी रोमन यानी कि स्मॉल आई, कैपिटल आई, ए स्मॉल ए, कैपिटल ए ते नंबरिंग 1 2 3। तो अनऑर्डर्ड के 3 टाइप हैं, 3 एट्रीब्यूट हैं, डिस्क, सर्कल और स्केयर। हुण गल करते आपां डेफिनेशन लिस्ट की। डेफिनेशन लिस्ट की वरतों डेफिनेशनस देने वास्ते की जाती है। ये थोड़ी जी गुंझलदार है ऑर्डर ते अनऑर्डर लिस्ट नालों। इहदे च LI टैग की वरतों तुसीं नहीं करनी। इहदे च आपां इत्थे BR टैग लगा रहे हैं। तो डेफिनेशन लिस्ट जो है वो DL टैग तो शुरू होगी तो DL टैग ते खत्म होगी। जिस तरह अपनी किताब च लिखा है ना कि तुसीं कोई भी बुक चकोगे, टॉपिक दिते होंदे अलग अलग, तो ਜਿਹੜਾ मेन टॉपिक ਹੁੰਦਾ है उसनूं थोड़ा बोल्ड करके दिखाया जाता, फिर थल्ले ਉਹਦਾ पैराग्राफ ਅੱਡ ਦਿੱਤਾ ਜਾਂਦਾ है। तो यही चीज़ डेफिनेशन लिस्ट है। ਇਹਦੇ अंदर ਤੁਸੀਂ DT यानी कि डेफिनेशन टर्म, जिवें मैं डेफिनेशन टर्म दे रहा इत्थे कंप्यूटर, तो डेफिनेशन डाटा यानी कि DD, ये सारे कंटेनर टैग हैं। इत्थे लिखता आपां कंप्यूटर इज़ एन इलैक्ट्रॉनिक डिवाइस। ठीक है, दूसरी डेफिनेशन टर्म इत्थे लिखता आपां कीबोर्ड। तो ये बेसिकली फॉर्मैट करने लई हुंदी है, जिहड़ी तुसीं भी तुहानूं पैराग्राफ च ज़्यादा मत्था ना मारना पवे। तुसीं सीधा डेफिनेशन टर्म देती, डेफिनेशन डाटा देता। हुण कीबोर्ड की हुंदा है बच्चों, कीबोर्ड आपां नूं पता है, कीबोर्ड एक इनपुट डिवाइस है। तो मैं इत्थे डेफिनेशन डाटा लिख रहा, कीबोर्ड इज़ अ इनपुट डिवाइस। ठीक है, इस तरह तुसीं जिन्ने मर्जी डेफिनेशन टर्म और डेफिनेशन डाटा दे सकते हो। इनू आप सेव करांगे, सेव करने तो बाद आप इनू रिफ्रैश करांगे। अपनी सब तो पहला ऑर्डर लिस्ट बनाई सी, फिर अनऑर्डर्ड। हुण देखो आ डेफिनेशन लिस्ट कंप्यूटर डेफिनेशन टर्म होगी, डेफिनेशन डाटा आ नीचे डेफिनेशन डाटा आ गया।
फिर कीबोर्ड डेफिनेशन टर्म होगी तो नीचे आ डेफिनेशन डाटा। इस तरह तुसीं डेफिनेशन लिस्ट की वरतों कर सकते हो। फिर उस तो बाद एक टॉपिक आता है नैसटेड लिस्ट का। नैसटेड यानी कि एक लिस्ट के अंदर दूजी लिस्ट बनानी, उन्होंने आप नैसटेड लिस्ट कह दें। यानी कि तुसी एक ऑर्डर लिस्ट बनाओगे, वो अंदर तुसी अनऑर्डर्ड लिस्ट पाती तो वो एक नैसटेड लिस्ट हो जाएगी। तो वह भी आप एक छोटा जिहा प्रोग्राम देख ही लैने इत्थे, कोई दिक्कत नहीं। ये सारा आप इरेज कर रहे हैं फिलहाल। ठीक है, नेस्टेड लिस्ट सपोज करो ऑर्डर लिस्ट के अंदर मैं अनऑर्डर लिस्ट बना देंगे। एक ऑर्डर लिस्ट के अंदर बाय डिफॉल्ट 1 2 3 आऊगा, पता ही आपां नूं। आप पहली आइटम ये लिख दें कीबोर्ड, इत्थे खत्म करती। हुण इहदे अंदर नेस्टेड लिस्ट बना रहा मैं अनऑर्डर लिस्ट। तो कीबोर्ड मैं इत्थे 2 टाइप कर देना कि एक तो हुंदा जी क्वेटी कीबोर्ड जिहड़ा कि नॉर्मल चलता है, एक हुंदा डवार्क। तो हुण ध्यान नाल देखो, ये नेस्टेड लिस्ट बन गई मेरी। OL टैग के अंदर पहली आइटम कीबोर्ड है, वो अंदर कीबोर्ड के सब सैक्शन आएंगे अनऑर्डर लिस्ट। हुण ये ऑर्डर लिस्ट ही चल रही है। हुण जदों तुसीं सीधा LI लिखोगे तो ये 2 नंबर आइटम होगी अपनी। ये आपां लिख देंगे माउस। ठीक है, हुण माउस के अंदर एक होर अनऑर्डर लिस्ट बना दें। अनऑर्डर लिस्ट माउस के अंदर आपां बनाती कि एक वायर्ड माउस हो गया, एक वायरलैस हो गया। सेव करया, रिफ्रैश करया, आ देखो ये होगी हुण नेस्टेड लिस्ट कि मेन लिस्ट अपनी ऑर्डर लिस्ट चल रही है, वो अंदर आपां अलग अलग सब लिस्ट के अंदर आपां नूं अनऑर्डर लिस्ट देती। उस तो बाद अपना अगला टैग है इमेज टैग कि आप बैकग्राउंड्स तो इमेज लगाई सी, बट आप जे वैब पेज के उपर आप इमेज लगाना चाहिए तो वो किस तरह लगा सकते हैं। आओ देखिए, तरीका उही है जिवें आप बॉडी के अंदर बैकग्राउंड लगाया सी, उस तरह आप इमेज लगा सकते हैं। IMG टैग हुंदा है, इमेज IMG टैग। IMG बच्चों वैसे तो एक एम्प्टी टैग है। 3 तरह के एम्प्टी टैग हो गए अपने को, HR BR ते IMG, बस चौथा टैग है ही नहीं HTML च। तो इमेज के 3 एट्रीब्यूट है बेसिकली कि इमेज की विड्थ कितनी होनी चाहिए है, चौड़ाई। विड्थ मैं कह देना जी 100 पिक्सल होवे। इमेज की उचाई हाइट आप कहती 200 पिक्सल होवे। तो तीजा सब तो मेन एट्रीब्यूट जिहड़ा वो है इमेज का सोर्स कि इमेज लाउणी किहड़ी है। सोर्स च उही सारा कुछ है। जे तो तुसी पाथ लगाओगे तो पाथ प्रॉपर होना चाहिए है, ਜਾਂ जिथे थोड़ा प्रोग्राम सेव है उत्थे ही वो फोटो रख दो तो सीधा ही फोटो का नाम लिख दो, फोटो आ जाएगी। जिमें कि आप पहला कराया सी, हुण आपां इत्थे डैस्कटॉप ते फोटो रखती एक। या आ फोटो पई है अपने को ऑलरेडी। ये इमेज आप HTML प्रोग्राम से लगावांगे। इमेज का नाम पढ़ लो जी की है 3.jpg। तुसीं आपदे प्रोग्राम जाना है तो सोर्स के अंदर लिखना है 3.jpg। एक इहदा चौथा एट्रीब्यूट हुंदा है एल्ट। एल्ट का मतलब हुंदा है अल्टरनेट टैक्सट कि जदों इमेज के उपर मैं माउस लैके आवां उदों की आऊगा, उदों माउस के टूल टिप के अंदर किहड़ा टैक्सट डिस्पले होना चाहिए। तो आप लिख दें इत्थे माई इमेज। ठीक है, जे तुसीं हाइट ते विड्थ नहीं डिस्क्राइब करोगे तो ये पूरे पेज पर आ जाएगी। फिर आपां नूं जिहड़ा अपना बाकी का कंटेंट है वो सारा हाइड हो जाएगा। तो हुण आपां रिफ्रैश करिया, देखो ये इमेज आ गई अपनी जिहदी हाइट ते विड्थ आपां डिस्क्राइब की है। ठीक है, इस तरह आप इमेज टैग की वरतों कर सकते हैं।
ਹੁਣ ਆਪਣਾ ਅਗਲਾ ਟੌਪਿਕ ਹੈ ਟੇਬਲਸ। ਇਹ ਇਸ ਲੈਸਨ ਦਾ ਆਪਣਾ ਲਾਸਟ ਟੌਪਿਕ ਹੈ ਵੈਸੇ ਤਾਂ। ਤੇ ਟੇਬਲਸ ਯੂਜ਼ ਕਰਨਾ, ਆਪਾਂ ਵਰਡ ਦੇ ਅੰਦਰ ਟੇਬਲ ਬਣਾਏ ਸੀ, ਆਪਾਂ HTML ਦੇ ਅੰਦਰ ਵੀ ਟੇਬਲ ਬਣਾ ਸਕਦੇ ਹਾਂ। ਤਾਂ ਆਪਾਂ ਇਹਦੇ ਲਈ ਇੱਕ ਪ੍ਰੋਪਰ ਸਿੱਧਾ ਨਵਾਂ ਪ੍ਰੋਗਰਾਮ ਬਣਾਵਾਂਗੇ HTML ਦੇ ਅੰਦਰ ਟੇਬਲਸ। ਸਭ ਤੋਂ ਪਹਿਲਾਂ ਨੋਟਪੈਡ ਆਪਾਂ ਸਟਾਰਟ ਕਰਨੀ ਹੈ। HTML ਦਾ ਪ੍ਰੋਗਰਾਮ HTML ਟੈਗ ਨਾਲ ਸ਼ੁਰੂ ਹੋਊਗਾ, HTML ਟੈਗ ਤੇ ਖਤਮ ਹੋਊਗਾ। ਫਿਰ ਇਸ ਦੇ ਦੋ ਭਾਗ ਹੋਣਗੇ। ਪਹਿਲਾ ਭਾਗ ਹੈਡ ਹੋਊਗਾ, ਹੈਡ ਦੇ ਅੰਦਰ ਪੇਜ ਦਾ ਟਾਈਟਲ ਲਿਖਿਆ ਜਾਊਗਾ। HTML ਹੈਡ ਟਾਈਟਲ ਇਹ ਸਾਰੇ ਕੰਟੇਨਰ ਟੈਗ ਹੈ, ਤਾਂ ਤੁਸੀਂ ਇਹਨਾਂ ਨੂੰ ਖੋਲ੍ਹਣਾ ਵੀ ਹੈ ਅਤੇ ਇਹਨਾਂ ਨੂੰ ਬੰਦ ਵੀ ਕਰਨਾ। ਟਾਈਟਲ ਹੈ ਟੇਬਲਸ, ਪੇਜ ਦਾ ਟਾਈਟਲ ਆਪਾਂ ਦੇ ਰਹੇ ਹਾਂ ਟੇਬਲਸ। ਜਿੱਥੇ ਹੈਡ ਖਤਮ ਹੋ ਰਿਹਾ ਉੱਥੇ ਆਪਾਂ ਬੋਡੀ ਟੈਗ ਆਪਾਂ ਸ਼ੁਰੂ ਕਰ ਰਹੇ ਹਾਂ। ਠੀਕ ਹੈ, ਇਹਨੂੰ ਆਪਾਂ ਪਹਿਲਾਂ ਹੀ ਸੇਵ ਐਜ਼ ਕਰ ਲੈਂਦੇ ਹਾਂ। ਸੇਵ ਐਜ਼ tables.html। ਇਹ ਤੁਸੀਂ ਸੈਕਸ਼ਨ ਬਹੁਤ ਧਿਆਨ ਨਾਲ ਦੇਖਣਾ, ਕਿਉਂਕਿ ਜ਼ਿਆਦਾਤਰ ਵਿਦਿਆਰਥੀ ਟੇਬਲ ਬਣਾਉਣ ਲੱਗੇ ਹੀ ਗਲਤੀ ਕਰਦੇ ਹਨ ਜਾਂ ਉਹਨਾਂ ਤੋਂ ਬੰਦਾ ਨਹੀਂ। ਤਾਂ ਜੋ ਆਪਣਾ ਟੇਬਲ ਹੈ ਉਹ ਆਪਾਂ ਟੇਬਲ ਟੈਗ ਤੋਂ ਸ਼ੁਰੂ ਕਰਦੇ ਹਾਂ ਤੇ ਟੇਬਲ ਟੈਗ ਤੇ ਖਤਮ ਕਰਾਂਗੇ। ਕੰਟੇਨਰ ਟੈਗ ਹੈ। ਹੁਣ ਟੇਬਲ ਦੇਖੋ ਰੋ ਤੇ ਕਾਲਮ ਦਾ ਮਿਲ ਕੇ ਬਣਿਆ ਹੁੰਦਾ ਹੈ। ਠੀਕ ਹੈ, ਤਾਂ ਇਹਦਾ ਭਾਵ ਇਹ ਹੈ ਕਿ ਆਪਾਂ ਨੂੰ ਟੇਬਲ ਟੈਗ ਦੇ ਅੰਦਰ ਸਭ ਤੋਂ ਪਹਿਲਾਂ ਕੀ ਬਣਾਉਣੀ ਚਾਹੀਦੀ ਹੈ? ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਰੋ ਬਣਾਵਾਂਗੇ, ਟੇਬਲ ਦੀ ਰੋ। ਤੁਹਾਡੇ ਟੇਬਲ 'ਚ ਮੈਂ ਕਹਿ ਦਿੰਦਾ ਕਿ 4 ਰੋਜ਼ ਹੋਣੀਆਂ ਚਾਹੀਦੀਆਂ। ਕਿੰਨੀਆਂ? 4। ਇਹ ਪਹਿਲੀ ਰੋ, ਇਹ ਦੂਸਰੀ ਰੋ, ਇਹ ਤੀਸਰੀ, ਇਹ ਚੌਥੀ। ਹੁਣ ਆਪਾਂ ਇਹਦੇ ਕਾਲਮ ਬਣਾਵਾਂਗੇ। ਕਾਲਮ ਜਿਹੜਾ ਉਹ ਰੋ ਦੇ ਅੰਦਰ ਬਣੂਗਾ ਤਾਂ ਕਿ ਉਹਦੀ ਸੈੱਲ ਬਣ ਜੇ। ਉਹਨੂੰ ਆਪਾਂ TD ਟੈਗ ਟੇਬਲ ਡਾਟਾ, TR ਦਾ ਮਤਲਬ ਟੇਬਲ ਰੋ ਤੇ TD ਟੇਬਲ ਡਾਟਾ। ਇਹ ਆਪਾਂ ਦੋ ਇਹਦੇ 'ਚ ਬਣਾ ਰਹੇ ਹਾਂ। ਠੀਕ ਹੈ, ਤਾਂ ਇਹ 4 ਰੋ ਬਣਾਤੀਆਂ। 4 ਰੋਜ਼ ਦੇ ਅੰਦਰ ਦੋ ਮੈਂ TD ਯਾਨੀ ਕਿ ਦੋ ਮੈਂ ਕਾਲਮ ਬਣਾ ਕੇ ਛੱਡਤੇ। ਹੁਣ ਬੱਚੇ ਕੀ ਕਰਦੇ ਕਿ ਠੀਕ ਹੈ ਜੀ ਆ ਬਣ ਗਿਆ, ਹੁਣ ਪ੍ਰੋਗਰਾਮ ਨੂੰ ਸਿੱਧਾ ਚਲਾ ਲਓ। ਤਾਂ ਕਹਿਣਗੇ ਜੀ ਕੁਛ ਆਇਆ ਨਹੀਂ ਗਾ, ਖਾਲੀ ਆ ਗਿਆ। ਕਿਉਂ ਖਾਲੀ ਆ ਗਿਆ? ਕਿਉਂਕਿ ਤੁਸੀਂ ਟੇਬਲ ਦੇ ਇੱਕ ਤਾਂ ਐਟਰੀਬਿਊਟ ਨਹੀਂ ਦਿੱਤੇ, ਪਲੱਸ ਆਪਾਂ ਸੈੱਲਾਂ 'ਚ ਕੁਛ ਲਿਖਿਆ ਨਹੀਂ। ਜਿਵੇਂ ਹੁਣ ਮੈਂ ਲਿਖ ਰਿਹਾ, ਪਹਿਲੀ ਸੈੱਲ 'ਚ ਮੈਂ A ਲਿਖਤਾ, ਦੂਸਰੀ 'ਚ B, C ਟੇਬਲ ਡਾਟਾ ਯਾਨੀ ਕਿ ਕਾਲਮ ਡਾਟਾ, E, F, G ਤੇ H। ਕੁਛ ਵੀ ਲਿਖ ਸਕਦੇ ਹੋ ਤੁਸੀਂ, ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ। ਇਹਨੂੰ ਰੀਫਰੈਸ਼ ਕਰੋ, ਦੇਖੋ ਟੇਬਲ ਬਣ ਗਿਆ? ਨਹੀਂ ਬਣਿਆ ਜਾਂ ਬਣ ਗਿਆ? ਟੇਬਲ ਤੁਹਾਡਾ ਬਣ ਚੁੱਕਿਆ। ਸਿਰਫ ਕਮੀ ਕੀ ਹੈ? ਆਪਾਂ ਟੇਬਲ ਦਾ ਇੱਕ ਐਟਰੀਬਿਊਟ ਨਹੀਂ ਲਾਇਆ ਜਿਹੜਾ ਕੀ ਹੈ ਬੋਰਡਰ। ਟੇਬਲ ਦਾ ਬੋਰਡਰ ਲਾਤਾ ਆਪਾਂ 1। ਤਾਂ ਹੁਣ ਦੇਖੋ ਇਸ ਤਰ੍ਹਾਂ ਆਪਣਾ ਇਹ ਟੇਬਲ ਬਣ ਗਿਆ। 4 ਆਪਾਂ ਰੋ ਲਈਆਂ, ਹਰੇਕ ਰੋ ਦੇ ਦੋ ਕਾਲਮ ਹੈ, ਯਾਨੀ ਕਿ 4 ਗੁਣਾ 2 8 ਸੈੱਲ ਇਹਦੇ 'ਚ ਹੋ ਗਈਆਂ। ਥੋੜਾ ਆਪਾਂ ਜ਼ੂਮ ਕਰ ਲੈਂਦੇ ਹਾਂ ਇਹਨੂੰ, ਜ਼ੂਮ ਕਰਾਂਗੇ। ਠੀਕ ਹੈ, ਤਾਂ ਇਹ ਆਪਣਾ ਟੇਬਲ ਦਾ ਜਦੋਂ ਆਪਾਂ ਬੋਰਡਰ ਦਿੱਤਾ ਉਸ ਤੋਂ ਬਾਅਦ ਆਪਾਂ ਨੂੰ ਇਹ ਸ਼ੋ ਹੋ ਗਿਆ। ਹੁਣ ਟੇਬਲ ਟੈਗ ਦੇ ਵੀ ਚਾਰ ਐਟਰੀਬਿਊਟ ਹੈ। ਜਿਵੇਂ ਬੋਰਡਰ ਆਪਾਂ ਦੇ ਹੀ ਦਿੱਤਾ, ਦੂਸਰਾ ਐਟਰੀਬਿਊਟ ਆਪਾਂ ਕਹਿ ਦਿੰਦੇ ਹਾਂ ਅਲਾਈਨ। ਅਲਾਈਨ ਇਹਦੇ 3 ਤਰ੍ਹਾਂ ਦੇ ਲਾਈਨ ਹੈ, ਲੈਫਟ, ਰਾਈਟ ਤੇ ਸੈਂਟਰ। ਅਲਾਈਨ ਸੈਂਟਰ ਕਰ ਦਿੰਦੇ ਹਾਂ। ਫਿਰ ਇਹਦਾ ਬੋਰਡਰ ਦਾ ਕਲਰ ਦੇ ਸਕਦੇ ਹੋ ਤੁਸੀਂ, ਬੋਰਡਰ ਕਲਰ ਸਪੋਜ਼ ਕਰੋ ਮੈਂ ਇੱਥੇ ਰੈੱਡ ਦੇ ਦਿੰਦਾ। ਸੇਵ ਕਰੋ, ਰਿਫਰੈਸ਼ ਕਰੋ, ਸੈਂਟਰ 'ਚ ਆ ਗਿਆ, ਬੋਰਡਰ ਕਲਰ ਚੇਂਜ ਹੋ ਗਿਆ। ਫਿਰ ਇਹਦੇ 2 ਐਟਰੀਬਿਊਟ ਹੋਰ ਹੁੰਦੇ ਹਨ, ਵਿਡਥ ਅਤੇ ਹਾਈਟ। ਉਹ ਤੁਸੀਂ ਆਪਦੇ ਹਿਸਾਬ ਨਾਲ ਇਹਦੀ ਚੇਂਜ ਕਰ ਸਕਦੇ ਹੋ। ਫਿਰ ਹੁਣ ਟੇਬਲਸ ਦੇ ਅੰਦਰ ਜਿਹੜਾ ਮੇਨ ਆਪਣਾ ਟੌਪਿਕ ਹੈ ਉਹ ਹੈ 2 ਟੌਪਿਕ ਨੇ, ਸੈੱਲ ਸਪੇਸਿੰਗ ਅਤੇ ਸੈੱਲ ਪੈਡਿੰਗ। ਇਹ ਐਗਜ਼ਾਮ 'ਚ ਵੀ ਆਉਂਦਾ ਰਿਹਾ। ਤਾਂ ਦੇਖੋ 2 ਸੈੱਲਾਂ ਦੇ ਵਿਚਕਾਰ ਸਪੇਸ ਕਿੰਨਾ ਹੋਵੇ, ਉਹ ਤਾਂ ਹੋਗੀ ਸੈੱਲ ਸਪੇਸਿੰਗ। ਤੇ ਸੈੱਲ ਦੇ ਅੰਦਰਲਾ ਡਾਟਾ ਸੈੱਲ ਦੇ ਅੰਦਰਲੇ ਜਾਂ ਬਾਹਰਲੇ ਕਿਨਾਰਿਆਂ ਤੋਂ ਕਿੰਨਾ ਦੂਰ ਹੋਵੇ, ਉਹ ਹੋ ਜਾਂਦੀ ਆਪਣੀ ਸੈੱਲ ਪੈਡਿੰਗ।
ਤਾਂ ਸਭ ਤੋਂ ਪਹਿਲਾਂ ਆਪਾਂ ਸੈੱਲ ਸਪੇਸਿੰਗ ਐਟਰੀਬਿਊਟ ਯੂਜ਼ ਕਰਾਂਗੇ। ਤਾਂ ਟੇਬਲ ਦੇ ਅੰਦਰ ਮੈਂ ਕਹਿ ਦਿੰਦਾ ਜੀ ਸੈੱਲ ਸਪੇਸਿੰਗ ਜੋ ਹੈ, ਸੈੱਲਾਂ ਦੀ ਵਿਚਾਲੜੀ ਦੂਰੀ, ਸੈੱਲਾਂ ਦੀ ਆਪਸ ਵਿੱਚ ਦੂਰੀ ਜੋ ਹੈ ਉਹ ਆਪਾਂ ਸਪੋਜ਼ ਕਰੋ ਇੱਥੇ 12 ਦੇ ਦਿੱਤੀ। ਪੇਜ ਨੂੰ ਸੇਵ ਕਰੋ, ਰੀਫਰੈਸ਼ ਕਰੋ, ਤਾਂ ਦੇਖੋ ਸੈੱਲਾਂ ਦੇ ਵਿਚਕਾਰ ਦੀ ਦੂਰੀ ਜੋ ਹੈ ਸੈੱਲ ਸਪੇਸਿੰਗ ਉਹ ਕਿੰਨੀ ਹੋ ਗਈ, ਐਕਸਪੈਂਡ ਹੋ ਗਈ। ਪਹਿਲਾਂ ਇਹ ਬਾਈ ਡਿਫਾਲਟ ਸੀਗੀ, ਘੱਟ ਸੀ। ਫਿਰ ਆ ਜਾਂਦਾ ਹੈ ਸੈੱਲ ਪੈਡਿੰਗ। ਸੈੱਲ ਪੈਡਿੰਗ ਦਾ ਇਹ ਮਤਲਬ ਹੁੰਦਾ ਹੈ ਕਿ ਸੈੱਲ ਕੰਟੈਂਟ ਅਤੇ ਸੈੱਲ ਦੇ ਬਾਰਡਰ ਵਿਚਕਾਰ ਕਿੰਨਾ ਸਪੇਸ ਹੈ। ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਆ ਆਪਣਾ ਸੈੱਲ ਹੈ, ਸੈੱਲ ਦੇ ਇਹਦੇ ਵਿਚਕਾਰ ਕੋਈ ਸਪੇਸ ਨਹੀਂ ਹੈ ਸੈੱਲ ਦੇ ਬਾਰਡਰ ਅਤੇ ਡਾਟੇ ਦੇ ਅੰਦਰ। ਤਾਂ ਇੱਥੇ ਆਪਾਂ ਲਿਖਤਾ ਸੈੱਲ ਪੈਡਿੰਗ। ਸੈੱਲ ਪੈਡਿੰਗ ਵੀ ਆਪਾਂ ਦੇ ਦਿੰਦੇ ਇੱਥੇ 10 ਦੇ। ਰੀਫਰੈਸ਼ ਕਰੀਏ ਤਾਂ ਹੁਣ ਦੇਖੋ ਸੈੱਲ ਦੇ ਡਾਟਾ ਅਤੇ ਸੈੱਲ ਦੇ ਬਾਰਡਰ ਵਿਚਕਾਰ ਸੈੱਲ ਪੈਡਿੰਗ ਦੇ ਨਾਲ ਆਪਣਾ ਸਪੇਸ ਵੱਧ ਗਿਆ। ਤਾਂ ਇਹ ਸੀ ਆਪਣਾ ਟੇਬਲ ਟੈਗ। ਹੁਣ ਇਹਦੇ 'ਚ ਆਪਣੇ ਟੇਬਲ ਦਾ ਆਪਾਂ ਬੈਕਗਰਾਊਂਡ ਕਲਰ ਵੀ ਦੇ ਸਕਦੇ ਹਾਂ। ਬੋਰਡਰ ਕਲਰ ਤਾਂ ਦਿੱਤਾ ਹੀ ਦਿੱਤਾ, ਆਪਾਂ ਟੇਬਲ ਨੂੰ ਬੈਕਗਰਾਊਂਡ ਕਲਰ ਵੀ ਦੇ ਸਕਦੇ ਹਾਂ। ਬੈਕਗਰਾਊਂਡ ਕਲਰ ਵਾਸਤੇ ਬੀਜੀ ਕਲਰ ਨਹੀਂ ਲਿਖਣਾ, ਉਹ ਸਿਰਫ ਬੋਡੀ ਵਾਸਤੇ ਲਿਖਣਾ। ਇੱਥੇ ਸਿਰਫ ਆਪਾਂ ਲਿਖਾਂਗੇ ਬੈਕਗਰਾਊਂਡ, ਸੌਰੀ ਬੈਕਗਰਾਊਂਡ ਇਮੇਜ ਲਗਾ ਰਹੇ ਆਪਾਂ ਨਾ। ਤਾਂ ਬੈਕਗਰਾਊਂਡ ਆਪਣੀ ਇਮੇਜ ਪਈ ਹੈ 3.jpg ਪਈ ਹੈ ਡੈਸਕਟੋਪ 'ਤੇ। ਬੈਕਗਰਾਊਂਡ ਲਗਾਤਾ, ਸੈੱਲ ਪੈਡਿੰਗ ਹੋ ਗਈ, ਸੈੱਲ ਸਪੇਸਿੰਗ ਹੋ ਗਈ। ਆ ਦੇਖੋ ਬੈਕਗਰਾਊਂਡ ਲੱਗ ਗਿਆ। ਜੇ ਬੈਕਗਰਾਊਂਡ ਨਹੀਂ ਲਗਾਉਣਾ, ਬੀਜੀ ਕਲਰ ਬੈਕਗਰਾਊਂਡ ਕਲਰ ਲਗਾਉਣਾ ਹੈ ਤਾਂ ਟੇਬਲ ਦਾ ਬੀਜੀ ਕਲਰ ਆਪਾਂ ਕਰਦੇ ਇੱਥੇ ਯੈਲੋ। ਸੇਵ ਕਰੋ, ਤੈਨੂੰ ਰੀਫਰੈਸ਼ ਕਰੋ। ਤਾਂ ਵਿਦਿਆਰਥੀਓ ਇਹ ਸੀ ਆਪਣਾ HTML ਫੰਡਾਮੈਂਟਲ ਪਾਰਟ 2। ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਣਾ ਵੀਡੀਓ ਮੇਰਾ, ਅਤੇ ਮੈਂ ਸਾਰਾ ਹੀ ਚੈਪਟਰ ਇਹਦੇ 'ਚ ਕਵਰ ਕਰ ਦਿੱਤਾ ਹੈ। ਸਿਰਫ ਇਹਦੇ ਆਪਾਂ ਕੁਐਸਚਨ ਆਨਸਰ ਜਿਹੜੇ ਆ ਉਹ ਨਹੀਂ ਕੀਤੇ ਆ, ਉਹ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਤਾਂ ਹੁਣ ਕੁਛ ਯਾਦ ਰੱਖਣ ਜੋ ਗੱਲਾਂ ਮੈਂ ਤੁਹਾਨੂੰ ਦੱਸਦਾ ਕਿ HTML ਇੱਕ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ ਜੋ ਕਿ ਵੈਬ ਪੇਜ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। HTML ਇੱਕ ਸੌਖੀ ਭਾਸ਼ਾ ਹੈ, ਟਿਨ ਬਰਨਰਸ ਲੀ ਵੱਲੋਂ ਬਣਾਈ ਗਈ ਹੈ 1990 ਵਿੱਚ। ਇਹਦੇ 'ਚ 2 ਟੈਗ ਹਨ, ਕੰਟੇਨਰ ਅਤੇ ਐਮਟੀ ਟੈਗ। ਕੰਟੇਨਰ ਟੈਗ ਜੋੜੇ ਦੇ ਰੂਪ ਵਿੱਚ ਹੁੰਦਾ ਹੈ, ਭਾਵ ਇਹਨੂੰ ਸ਼ੁਰੂ ਵੀ ਕਰਨਾ ਹੁੰਦਾ ਹੈ, ਖ਼ਤਮ ਵੀ ਕਰਨਾ ਹੁੰਦਾ ਹੈ। ਐਮਟੀ ਟੈਗ ਨੂੰ ਕਲੋਜ਼ ਕਰਨ ਦੀ ਲੋੜ ਨਹੀਂ ਹੁੰਦੀ। ਐਮਟੀ ਟੈਗ 'ਤੇ ਨਹੀਂ ਆਪਣੇ ਕੋਲ BR, HR ਅਤੇ IMG ਜਾਂ ਇਮੇਜ ਟੈਗ। ਤਾਂ ਵੈਬ ਬਰਾਊਜ਼ਰ HTML ਦੀ ਆਊਟਪੁੱਟ ਦੇਖਣ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਗੂਗਲ ਕ੍ਰੋਮ, ਇੰਟਰਨੈਟ ਐਕਸਪਲੋਰਰ, ਫਾਇਰਫੌਕਸ, ਓਪੇਰਾ ਆਦਿ। ਹੈਡਿੰਗ ਟੈਗ H1 ਤੋਂ ਲੈ ਕੇ H6 ਪੱਧਰ ਤੱਕ ਦੇ ਹੁੰਦੇ ਹਨ। ਟੈਕਸਟ ਫੋਰਮੈਟਿੰਗ ਟੈਗ ਜੋ ਹੈ ਬੋਲਡ, ਇਟੈਲਿਕ, ਅੰਡਰਲਾਈਨ। ਉਸ ਤੋਂ ਇਲਾਵਾ ਆਪਾਂ ਪ੍ਰੀ ਫੋਰਮੈਟਡ ਟੈਕਸਟ ਵਾਲਾ ਟੈਗ ਕਰਿਆ ਸੀ। ਸਬਸਕ੍ਰਿਪਟ ਟੈਗ, ਸੁਪਰਸਕ੍ਰਿਪਟ ਟੈਗ, ਇਹ ਆਪਾਂ ਸਾਰੇ ਦੇਖੇ ਸੀ। ਅਤੇ HTML ਪ੍ਰੋਗਰਾਮ ਨੂੰ ਸੇਵ ਕਰਨ ਲਈ ਆਪਾਂ HTML.htm ਜਾਂ .html ਪ੍ਰੋਗਰਾਮ ਦੀ ਐਕਸਟੈਂਸ਼ਨ ਵਰਤੀ ਸੀ। HTML ਦੇ ਅੰਦਰ 3 ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਹਨ, ਆਰਡਰਡ, ਅਨਆਰਡਰਡ ਅਤੇ ਡੈਫੀਨੇਸ਼ਨ ਲਿਸਟ। ਹਰੇਕ ਟੈਗ ਦਾ ਕੋਈ ਨਾ ਕੋਈ ਐਟਰੀਬਿਊਟ ਜਾਂ ਪ੍ਰੋਪਰਟੀ ਹੁੰਦੀ ਹੈ, ਉਹ ਆਪਾਂ ਵਰਤੀ ਸੀ। ਜਿਵੇਂ ਬੋਡੀ 'ਚ ਆਪਾਂ BG ਕਲਰ ਲਗਾਏ ਜਾਂ ਟੇਬਲ ਦੇ ਅੰਦਰ ਸੈੱਲ ਪੈਡਿੰਗ, ਸੈੱਲ ਸਪੇਸਿੰਗ ਆਦਿ ਆਪਾਂ ਲਗਾਏ ਸੀ। ਤਾਂ ਜਿਵੇਂ ਕਿ ਤੁਸੀਂ ਦੇਖਿਆ ਕਿ HTML ਇੱਕ ਬਹੁਤ ਹੀ ਸੌਖੀ ਭਾਸ਼ਾ ਹੈ। ਤਾਂ ਇਹ ਥੋੜ੍ਹਾ ਵੀਡੀਓ ਆਪਣਾ ਲੰਬਾ ਤਾਂ ਹੋ ਗਿਆ, ਬਟ ਤੁਸੀਂ ਇਹਨੂੰ ਬਹੁਤ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਦੂਜਾ ਲੈਸਨ ਜਿਹੜਾ 10ਵੀਂ ਜਮਾਤ ਦਾ ਪੰਜਾਬ ਬੋਰਡ ਦਾ ਉਹ ਸਾਰਾ ਕਵਰ ਹੋ ਜਾਏਗਾ।